ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜੁਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਸਮਤ ਮੁਗਲ ਕਹੀ ਮੁਖ ਬਾਨੀ ਕਿਸ ਕੀ ਤੁਮ ਮੰਨਤ ਤਬ ਮਾਨੀ ਭੀਵੇ ਕਹਿਓ ਮੁਹਰ ਹਮ ਪਾਚੇ ਸੁਖੀ ਸੁਖ ਸਤਿਗੁਰੂ ਸਾਚੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਕਾਰਯੋਗ ਸਾਧ ਸੰਗਤ ਜੀਓ, ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਆਪ ਸਭ ਨੇ ਸਰਵਣ ਕੀਤਾ ਜਿਵੇਂ ਸ਼ਹੀਦੋਂ ਕੇ ਸਰਤਾਜ ਕਲਜੋ ਕੇ ਜਹਾਜ ਗੁਰੂ ਗਰੀਬ ਨਿਵਾਜ ਰਾਜਨ ਕੇ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਲ 'ਤੇ ਬਿਰਾਜਮਾਨ ਹਨ। ਵੱਖ-ਵੱਖ ਥਾਵਾਂ ਪ੍ਰਥਾਵਾਂ ਤੋਂ ਗੁਰਸਿੱਖ ਆਣ ਕੇ ਗਰੀਬ ਨਿਵਾਜ ਮਹਾਰਾਜ ਜੀ ਨੂੰ ਸਵਾਲ ਬੇਨਤੀਆਂ ਅਰਪਣ ਕਰਦੇ ਨੇ। ਮਹਾਰਾਜ ਬਚਨ ਰੂਪ ਦੇ ਵਿੱਚ ਉਹਨਾਂ ਦਾ ਜਵਾਬ ਦੇ ਕੇ
ਸੋ ਸਤਿਗੁਰ ਵਾਹੋ ਵਾਹੋ ਜਿਨ ਭਰਮ ਗੜ੍ਹ ਤੋੜਿਆ। ਭਰਮ ਦੇ ਗੜ੍ਹ ਕਿਲੇ ਤੋੜ ਕੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਦਾਤ ਗਰੀਬ ਨਿਵਾਜ ਮਹਾਰਾਜ ਗੁਰੂ ਸਿੱਖਾਂ ਨੂੰ ਬਖਸ਼ ਰਹੇ। ਕੱਲ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਭਾਈ ਰੂਪ ਚੰਦ ਜੀ ਤੇ ਭਾਈ ਭੀਵਾ ਜੀ ਇਹ ਸਰਹੰਦ ਨਗਰ ਤੋਂ ਸਾਧ ਸੰਗਤ ਜੀ ਫਤਿਹਗੜ੍ਹ ਸਾਹਿਬ ਜਿਹਦਾ ਨਾਮ ਪੰਥ ਨੇ ਧਰਿਆ। ਇਥੋਂ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਆਏ। ਗਰੀਬ ਨਿਵਾਜ ਮਹਾਰਾਜ ਜੀ ਨੂੰ ਆਣ ਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਉਪਦੇਸ਼ ਬਖਸ਼ੋ। ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹਨਾਂ ਨੂੰ ਨਿਹਾਲ ਕਰਿਆ। ਐਸੀ ਇਹ ਗੁਰਸਿੱਖੀ ਨੂੰ ਪ੍ਰਾਪਤ ਹੋਏ ਕਿ ਧਰਮ ਦੀ ਕਿਰਤ ਕਰਕੇ ਛਕਦੇ। ਤੇ ਜਦੋਂ ਸਾਧ ਸੰਗਤ ਜੀ ਪੁਰਬ ਦਾ ਦਿਨ ਹੁੰਦਾ ਮਹਾਰਾਜ ਦਾ ਪੁਰਬ, ਉਦੋਂ ਭੋਜਨ ਪ੍ਰਸ਼ਾਦ ਪਾਣੀ ਤਿਆਰ ਕਰਕੇ ਤੇ ਗੁਰਸਿੱਖਾਂ ਨੂੰ ਅਰਪਣ ਕਰਦੇ ਨੇ। ਇਹਨਾਂ ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਜੀ ਆਪਣਾ ਨਿਯਮ ਬਣਾਇਆ ਹੋਇਆ। ਕਿੱਤੇ ਵਜੋਂ ਸਾਧ ਸੰਗਤ ਜੀ ਇਹ ਸਿੱਖ ਬਾਣੀਏ ਸਨ। ਦੁਕਾਨਦਾਰੀ ਦਾ ਇਹਨਾਂ ਦਾ ਕੰਮ ਸੀਗਾ, ਕਿਰਤ ਸੀ। ਤੋ ਗਰੀਬ ਨਿਵਾਜ ਮਹਾਰਾਜ ਜੀ ਦੇ ਸਾਧ ਸੰਗਤ ਜੀ ਨਾਲ ਗੁਰਸਿੱਖਾਂ ਦੇ ਪਾਸ ਨਾ ਕੋਈ ਮੁਗਲ ਆਇਆ। ਉਹਨੇ ਸਰਹੰਦ ਤੋਂ ਦਿੱਲੀ ਨੂੰ ਜਾਣਾ ਸੀ ਤੇ ਇਹਨਾਂ ਦੇ ਪਾਸ ਦਮੜਿਆਂ ਦੀ ਇੱਕ ਥੈਲੀ, ਮਾਇਆ ਦੀ ਥੈਲੀ ਇੱਕ ਧਰ ਗਿਆ ਤੇ ਕਿਹਾ ਕਿ ਮੇਰੀ ਹੁੰਡੀ ਲਿਖ ਲਓ ਤੁਸੀਂ ਵਹੀ ਖਾਤੇ ਵਿੱਚ। ਪਰ ਉਹ ਲਿਖਾ ਕੇ ਨਾ ਗਿਆ, ਕਾਹਲ ਵਿੱਚ ਚਲਾ ਗਿਆ। ਗਲਤੀ ਵੀ ਇਹਨਾਂ ਗੁਰਸਿੱਖਾਂ ਦੀ ਨਹੀਂ। ਜਦੋਂ ਸਾਧ ਸੰਗਤ ਜੀ ਉਹ ਥੈਲੀ ਮਾਇਆ ਦੀ ਉੱਥੇ ਦੀ ਉੱਥੇ ਪਈ ਰਹੀ। ਕੁਝ ਸਮੇਂ ਬਾਅਦ ਉਹ ਮੁਗਲ ਆਇਆ, ਆਣ ਕੇ ਮਾਇਆ ਬਾਰੇ ਪੁੱਛਿਆ। ਇਹਨਾਂ ਨੇ ਕਿਹਾ ਵੀ ਸਾਡੇ ਪਾਸ ਤੇ ਮਾਇਆ ਨਹੀਂ ਆ, ਦੇਖ ਲਓ ਵਹੀ ਖਾਤੇ ਵਿੱਚ ਤੇ ਕੋਈ ਲਿਖਤ ਪੜਤ ਨਹੀਂ ਹੈ। ਜਦੋਂ ਸਾਧ ਸੰਗਤ ਜੀ ਦੇਖਿਆ ਤੇ ਉਸ ਵੇਲੇ ਨਵਾਬ ਦੇ ਪਾਸ ਇਹ ਮਾਮਲਾ ਚਲਾ ਗਿਆ। ਪੁਰਾਣੇ ਜ਼ਮਾਨਿਆਂ 'ਚ ਨਿਆਂ ਦੇ ਇਸ ਤਰ੍ਹਾਂ ਢੰਗ ਹੁੰਦੇ ਸੀ, ਉਹ ਕਵੇ ਮੈਂ ਸੱਚ ਬੋਲਦਾ, ਉਹ ਕਵੇ ਮੈਂ। ਪਹਿਲਾਂ ਲੋਕਾਂ ਨੂੰ ਸਹੁੰ ਆਦਿਕ ਚੁਕਾ ਲੈਂਦੇ ਸੀ ਵੀ ਸਹੁੰ ਚੁੱਕ ਲਾ। ਲੋਕ ਸਾਧ ਸੰਗਤ ਜੀ ਧਰਮੇ ਮਾਨ ਵਾਲੇ ਹੁੰਦੇ ਤੇ ਸਹੁੰ ਨਹੀਂ ਸਨ ਖਾਂਦੇ ਤੇ ਸਹੁੰ ਸਾਧ ਸੰਗਤ ਜੀ ਫਿਰ ਦੁੱਖ ਵੀ ਦਿੰਦੀ। ਤੋ ਉਸ ਵੇਲੇ ਇਹਨਾਂ ਗੁਰਸਿੱਖਾਂ ਨੂੰ ਇਹ ਗੱਲ ਕਹੀ ਗਈ ਵੀ ਜੇ ਤੁਹਾਡੇ ਦਮੜੇ ਨੇ ਤੇ ਆ ਬਲਦੇ ਹੋਏ ਤੇਲ ਵਿੱਚ ਹੱਥ ਧਰੋ। ਤੇ ਮੁਗਲ ਨੂੰ ਕਿਹਾ ਵੀ ਜੇ ਤੇਰੇ ਇੱਥੇ ਧਰੇ ਹੋਏ ਨੇ ਦਮੜੇ, ਤੂੰ ਸੱਚਾ ਤੇ ਤੂੰ ਬਲਦੇ ਹੋਏ ਉਬਲਦੇ ਤੇਲ ਦੇ ਵਿੱਚ ਹੱਥ ਧਰ। ਦੋਨਾਂ ਨੇ ਹੱਥ ਧਰੇ। ਮਜ਼ੇਦਾਰ ਗੱਲ, ਭਾਈ ਭੀਵਾ ਜੀ, ਭਾਈ ਰੂਪ ਚੰਦ ਜੀ ਸਾਹਿਬ, ਇਹਨਾਂ ਦੇ ਹੱਥ ਨਾ ਸੜੇ ਤੇ ਤੁਰਕੜੇ ਦੇ ਸਾਧ ਸੰਗਤ ਜੀ ਹੱਥ ਸੜੇ। ਇਹਨਾਂ ਨੇ 5 ਮੋਹਰਾਂ ਸੋਇਨੇ ਦੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਹਰਮੰਦਰ ਸਾਹਿਬ ਸੁਖਣੀਆਂ ਕੀਤੀਆਂ। ਜਦੋਂ ਸਾਧ ਸੰਗਤ ਜੀ ਇਹ ਝੂਠਾ ਪਿਆ ਵਿਚਾਰਾ ਮੁਗਲ, ਉਥੋਂ ਮਾਰ ਕੇ ਨੂੰ ਕੱਢਿਆ ਗਿਆ। ਕੁਝ ਸਮੇਂ ਬਾਅਦ ਜਦੋਂ ਇਹਨਾਂ ਗੁਰਸਿੱਖਾਂ ਨੇ ਆਣ ਕੇ ਮਨ ਵਿੱਚ ਸੋਚਿਆ ਵੀ ਆਖਰ ਕੋਈ ਤਾਂ ਕੋਈ ਗੱਲ ਹੋਵੇਗੀ, ਜੇ ਮੁਗਲ ਨੇ ਬਲਦੇ ਹੋਏ ਕੜਾਏ ਵਿੱਚ ਵੀ ਹੱਥ ਆਪਣੇ ਪਾ ਦਿੱਤੇ ਤੇ ਕੁਛ ਨਾ ਕੁਛ ਤੇ ਜ਼ਰੂਰ ਹੋਣਾ ਚਾਹੀਦਾ। ਫੋਲਾ ਫਲਾਈ ਕਰਦਿਆਂ ਹੋਇਆਂ ਦੁਕਾਨ ਦੇ ਵਿੱਚੋਂ ਸਾਧ ਸੰਗਤ ਜੀ ਦਮੜਿਆਂ ਦਾ ਥੈਲਾ ਪ੍ਰਾਪਤ ਹੋਇਆ। ਉਸ ਵੇਲੇ ਫਿਰ ਸਾਧ ਸੰਗਤ ਜੀ ਮੁਗਲ ਦੇ ਤਾਈਂ ਆਖਿਆ ਕਿ ਸਾਡੇ ਕੋਲੋਂ ਭੁੱਲ ਹੋਈ ਹੈ, ਇਹ ਤੂੰ ਆਪਣੇ ਦਮੜੇ ਲੈ ਜਾ। ਉਸ ਵੇਲੇ ਫਿਰ ਮੁਗਲ ਕਹਿਣ ਲੱਗਾ ਹੈਰਾਨ ਹੋ ਕੇ, ਬਿਸਮਤ ਮੁਗਲ ਕਹੀ ਮੁਖ ਬਾਨੀ, ਕਿਸ ਕੀ ਤੁਮ ਮੰਨਤ ਤਬ ਮੰਨੀ। ਵੀ ਤੁਸੀਂ ਕਿਹਦੀ ਮੰਨਤ ਮੰਨੀ ਹੋਈ ਸੀ, ਕਿਹਦੀ ਮਨੌਤ ਮੰਨੀ ਹੋਈ ਸੀ, ਤੁਹਾਡਾ ਗੁਰੂ ਕੌਣ, ਇੰਨਾ ਡਾਢਾ, ਇੰਨਾ ਸੱਚਾ। ਤੋ ਆਪ ਕਿਰਪਾ ਕਰਕੇ ਦੱਸੋ। ਮੈਂ ਤੇ ਆਪਣਾ ਜਿਹੜਾ ਸਖੀ ਸਰਵਰ, ਜਿਹਨੂੰ ਲੱਖ ਦਾਤਾ ਲੋਕ ਕਹਿੰਦੇ ਨੇ ਪੰਜਾਬ ਦੇ, ਨਾ ਸਮਝ ਲੋਕ ਉਹਦੀ ਪੂਜਾ ਵੀ ਕਰਦੇ ਨੇ। ਆ ਮੜੀਆਂ ਮੁੜੀਆਂ ਜੀਆਂ ਕਬਰਾਂ ਜੀਆਂ ਬਣਾ ਕੇ ਡਰੀ ਜਾਂਦੇ ਉਹਦੇ ਤੋਂ। ਅਜੇ ਵੀਰਵਾਰ ਲੰਘਿਆ ਤੇ ਵੀਰਵਾਰ ਜਾ ਕੇ ਤੇਲ ਤੂਲ ਵੀ ਪਾਉਂਦੇ। ਕਿਹਾ ਮੈਂ ਉਹਦੀ ਤੇ ਮੰਨਤ ਮੰਨੀ ਸੀ। ਇੱਥੋਂ ਤੱਕ ਕਥਾ ਕਾਲ ਦੇ ਦੀਵਾਨਾਂ 'ਚ ਵਿਸ਼ਰਾਮ ਤੇ ਆਈ। ਅੱਗੇ ਜਿਵੇਂ ਸਾਖੀ ਪੂਰੀ ਹੋ ਰਹੀ, ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੀ ਮਹਿਮਾ ਦੀ ਲੜੀਵਾਰ ਰੂਪ ਦੇ ਵਿੱਚ ਜਿਵੇਂ ਗੁਰੂ ਕਾ ਇਤਿਹਾਸ ਆ ਰਿਹਾ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ ਮਹਾਰਾਜ ਜੀ ਦੀ ਪਵਿੱਤਰ ਗੋਦ ਮੋਂ ਸੁਭਾਇਮਾਨ ਹੋकर ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਭਾਈ ਸਤਿਗੁਰਾਂ ਦੀ ਅੰਮ੍ਰਿਤ ਸਰੂਪ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ ਜੀ, ਇਕਾਗਰਤਾ ਬਣਾਓ ਜੀ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਸਮਤ ਮੁਗਲ ਕਹੀ ਮੁਖ ਬਾਨੀ। ਉਸ ਵੇਲੇ ਕੌਤਕ ਦੇਖ ਕੇ ਹੈਰਾਨ ਹੋਇਆ ਮੁਗਲ।
ਤੇ ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿਣ ਲੱਗਾ ਹੈ, ਕਿਸ ਕੀ ਤੁਮ ਮੰਨਤ ਤਬ ਮਾਨੀ। ਔਰ ਕਿਹਾ ਕਿ ਤੁਸਾਂ ਨੇ ਕਿਹਦੀ ਮੰਨਤ ਮੰਨੀ ਸੀ, ਕਿਹਦੀ ਸੁਖਣਾ ਸੁਖੀ ਹੋਈ ਸੀਗੀ। ਪੀਵੇ ਕਹਿਓ ਮੁਹਰ ਹਮ ਪਾਚੇ। ਉਸ ਵੇਲੇ ਭਾਈ ਭੀਵਾ ਜੀ ਸਾਹਿਬ ਇਹਨਾਂ ਨੇ ਕਿਹਾ, ਭਲਿਆ ਅਸਾਂ ਨੇ 5 ਮੋਹਰਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਸੁਖੀਆਂ ਸਨ। ਸੁਖੀ ਸੁਖ ਸਤ ਗੁਰ ਸਾਚੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਪਾਸ ਅਸਾਂ ਨੇ ਸੁਖਣਾ ਸੁਖੀ ਸੀਗੀ। ਕਾਮਲ ਗੁਰੂ ਮੁਗਲ ਮਨ ਜਾਨ। ਉਸ ਵੇਲੇ ਮੁਗਲ ਨੇ ਜਾਣਿਆ ਕਿ ਇਹਨਾਂ ਦਾ ਗੁਰੂ ਜਿਹੜਾ ਹੈ ਉਹ ਤੇ ਕਰਾਮਾਤ ਵਿੱਚ ਪੂਰਾ ਹੈ, ਬਹੁਤ ਵੱਡਾ ਡਾਢਾ ਹੈ ਇਹਨਾਂ ਦਾ ਗੁਰੂ। ਕਹਿਓ ਚਲੋ ਲੈ ਮੁਝ ਗੁਰ ਥਾਨ। ਉਸ ਵੇਲੇ ਮੁਗਲ ਨੇ ਇਹਨਾਂ ਨੂੰ ਕਿਹਾ ਕਿ ਭਾਈ ਜਿਸ ਗੁਰੂ ਨੇ ਤੁਹਾਡੀ ਪੈਜ ਰੱਖੀ ਹੈ ਉਸ ਗੁਰੂ ਦਾ ਮੈਨੂੰ ਵੀ ਇੱਕ ਵਾਰੀ ਜ਼ਰੂਰ ਦਰਸ਼ਨ ਕਰਾਓ, ਮੈਂ ਵੀ ਉਸ ਗੁਰੂ ਦਾ ਦਰਸ਼ਨ ਕਰਿਆ ਚਾਹੁੰਦਾ ਹਾਂ। ਦੋਨੋਂ ਭਰਾ ਤੇ ਸੰਗ ਲੈ ਤਾਹੀ। ਕਹਿੰਦੇ ਉਸ ਵੇਲੇ ਦੋਨੇ ਭਰਾ ਭਾਈ ਰੂਪ ਚੰਦ ਜੀ ਤੇ ਭਾਈ ਭੀਵਾ ਜੀ ਸਾਹਿਬ ਸਰਹੰਦ ਨਗਰ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਣ ਲੱਗੇ ਹਨ। ਆਏ ਸਿਗਰ ਗੁਰੂ ਕੇ ਪਾਹੀ। ਉਸ ਵੇਲੇ ਬਿਨਾਂ ਦੇਰੀ ਤੋਂ ਲੰਮੀ ਵਾਟ ਤੇ ਪੜਾ ਕਰਦੇ ਹੋਏ ਸਤਿਗੁਰਾਂ ਦੇ ਪਾਸ ਆਏ ਹਨ। ਮਸਤਕ ਟੇਕ ਬੈਠ ਕਰ ਬੂਝੇ। ਕਹਿੰਦੇ ਉਸ ਵੇਲੇ ਮੱਥਾ ਟੇਕਿਆ, ਹੱਥ ਜੋੜ ਕੇ ਗਰੀਬ ਨਿਵਾਜ ਮਹਾਰਾਜ ਜੀ ਨੂੰ ਪੁੱਛਿਆ, ਇਹ ਵਿਪਰੀਤ ਪਈ ਔਰ ਸੂਝੇ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਬੇਨਤੀ ਕਰੀ ਮਹਾਰਾਜ ਕਿ ਵਿਪਰੀਤ ਭਈ ਔਰ ਸੂਝੇ। ਗਰੀਬ ਨਿਵਾਜ ਮਹਾਰਾਜ ਇਹ ਉਲਟੀ ਖੇਡ ਜਿਹੜੀ ਹੈ ਇਹ ਕਿਵੇਂ ਹੋ ਗਈ, ਆਪ ਕਿਰਪਾ ਕਰਕੇ ਦੱਸੋ। ਸਾਚੋ ਝੂਠ ਝੂਠ ਪਾ ਸਾਚੋ। ਮਹਾਰਾਜ ਜਿਹੜਾ ਸੱਚਾ ਸੀ ਉਹ ਝੂਠਾ ਹੋ ਗਿਆ, ਕਿਉਂਕਿ ਜੇ ਬਾਹਰ ਮੁਖੀ ਦ੍ਰਿਸ਼ਟੀ ਸੇ ਵੇਖੀਏ ਤੇ ਸਾਧ ਸੰਗਤ ਜੀ ਮੁਗਲ ਸੱਚਾ ਸੀਗਾ, ਉਹਨੇ ਤੇ ਮੋਹਰਾਂ ਧਰੀਆਂ ਸਨ, ਪਰ ਸਿੱਖ ਆਪਣੀ ਜਗ੍ਹਾ ਤੇ ਸੱਚੇ ਸਨ ਕਿਉਂਕਿ ਲਿਖਤ ਪੜਤ ਨਹੀਂ ਸੀ ਹੋਈ ਵਹੀ ਖਾਤੇ ਵਿੱਚ। ਔਰ ਜੇ ਲਿਖਤ ਪੜਤ ਨਾ ਹੋਈ ਹੁੰਦੀ ਤੇ ਸਿੱਖਾਂ ਨੂੰ ਪਤਾ ਹੁੰਦਾ ਕਿ ਮਾਇਆ ਸਾਡੇ ਪਾਸ ਹੈ, ਫਿਰ ਸਿੱਖ ਝੂਠੇ ਪੈਂਦੇ ਸੀ। ਹੁਣ ਸਿੱਖਾਂ ਨੂੰ ਪਤਾ ਵੀ ਨਹੀਂ ਹੈ, ਮਾਇਆ ਜਿੱਥੇ ਮਰਜ਼ੀ ਪਈ ਰਹਿੰਦੀ, ਉਹਨਾਂ ਨੂੰ ਕੀ ਫਰਕ ਸੀਗਾ ਸਾਧ ਸੰਗਤ ਜੀ। ਤਾਂ ਇਸ ਪ੍ਰਕਾਰ ਬਾਹਰ ਮੁਖੀ ਦ੍ਰਿਸ਼ਟੀ ਨਾਲ ਮੁਗਲ ਸੱਚਾ ਸੀ, ਪਰ ਜੇ ਇਮਾਨਦਾਰੀ ਵੇਖੀ ਜਾਵੇ ਤੇ ਫਿਰ ਗੁਰੂ ਕੇ ਸਿੱਖ ਸੱਚੇ ਸਨ, ਮੁਗਲ ਆਪਣੀ ਜਗ੍ਹਾ ਤੇ ਸੱਚਾ ਸੀ। ਕਈ ਵਾਰੀ ਦੋਨੇ ਸੱਚੇ ਹੁੰਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਸਮਾਜ ਵਿੱਚ ਮਸਲੇ ਹੁੰਦੇ ਨੇ ਜਿੱਥੋਂ ਪਰ ਕਲੇਸ਼ ਖੜਾ ਹੁੰਦਾ, ਉਹ ਉਹਨੂੰ ਨਹੀਂ ਸਮਝਦਾ, ਉਹ ਉਹਨੂੰ ਨਹੀਂ ਸਮਝਦਾ, ਸੱਚੇ ਦੋਨੇ ਹੁੰਦੇ ਨੇ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਵੇਲੇ ਫਿਰ ਗੁਰੂ ਜੀ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਸੱਚਾ ਝੂਠਾ, ਅਤੇ ਝੂਠਾ ਕਿਵੇਂ ਸੱਚਾ ਹੋ ਗਿਆ? ਸੁਨ ਸ੍ਰੀ ਸਤਿਗੁਰ ਬਚਨ ਉਬਾਚੋ। ਸੁਣ ਕਰਕੇ ਗਰੀਬ ਨਿਵਾਜ ਮਹਾਰਾਜ ਜੀ ਨੇ ਮੁਖ ਤੋਂ ਬਚਨ ਕਹੇ, ਇਸ ਕੋ ਨਹ ਸੁਧ ਦਰਬ ਤੁਹਾਰੇ। ਮਹਾਰਾਜ ਕਹਿਣ ਲੱਗੇ, ਭਲਿਓ ਮੇਰੇ ਗੁਰਸਿੱਖਾਂ ਨੂੰ ਇਹ ਦਮੜਿਆਂ ਦੀ ਧਨ ਦੀ ਦਰਬ ਦੀ ਸੋਝੀ ਨਹੀਂ ਸੀਗੀ। ਪਰਿਓ ਸਿੱਖ ਪੁਨ ਸਰਣ ਹਮਾਰੇ। ਔਰ ਦੂਸਰਾ ਇਹ ਸਿੱਖ ਸਾਡੀ ਸ਼ਰਨ ਵਿੱਚ ਪਿਆ ਹੋਇਆ, ਇਹਦੀ ਪੈਜ ਰੱਖਣੀ ਸਾਡਾ ਧਰਮ ਸੀਗਾ। ਲਿਓ ਉਬਾਰ ਆਪਨੋ ਜਾਣੇ। ਅਸਾਂ ਨੇ ਤੇ ਆਪਣਾ ਜਾਣ ਕੇ ਇਸ ਗੁਰੂ ਕੇ ਸਿੱਖ ਨੂੰ ਉਬਾਰ ਬਚਾ ਲਿਆ ਹੈ। ਤੁਬ ਬਹੁ ਪੀਰ ਨਾ ਰਛਿਆ ਠਾਨੇ। ਔਰ ਕਿਹਾ ਕਿ ਤੇਰੇ ਤੇ ਬਹੁਤ ਸਾਰੇ ਪੀਰ ਸਨ, ਤੂੰ ਕਦੇ ਕਿਸੇ ਨੂੰ ਮਨਾਉਂਦਾ ਦੀ, ਕਦੀ ਕਿਸੇ ਨੂੰ ਮਨਾਉਂਦਾ ਸੀਗਾ, ਤੇ ਤੇਰੀ ਤਾਂ ਕਿਸੇ ਨੇ ਰੱਖਿਆ ਨਹੀਂ ਕਰੀ ਐ। ਸੁਨ ਕਰ ਮੁਗਲ ਪਰਿਓ ਸਰਨਾਈ। ਸੁਣ ਕਰਕੇ ਮੁਗਲ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਪੈ ਗਿਆ। ਭਇਓ ਸਿੱਖ ਗੁਰਮਤਿ ਚਿਤ ਪਾਈ। ਕਹਿੰਦੇ ਉਸ ਵੇਲੇ ਸਿੱਖ ਹੋ ਗਿਆ ਸਾਧ ਸੰਗਤ ਜੀ। ਇਹ ਮੁਗਲ ਮਹਾਰਾਜ ਦੀ ਗੁਰਮਤਿ ਨੇ ਧਾਰਨ ਕਰੀ ਹੈ, ਗਰੀਬ ਨਿਵਾਜ ਮਹਾਰਾਜ ਜੀ ਦਾ ਸਿੱਖ ਬਣਿਆ। ਧੰਨ ਧੰਨ ਕਹਿ ਜਹਜ ਕਹਿ ਸਾਰੇ। ਕਹਿੰਦੇ ਜਿੱਥੇ ਕਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋ ਰਹੀ ਹੈ। ਸਾਧ ਸੰਗਤ ਜੀ ਇੱਥੇ ਇੱਕ ਬਚਨ ਬੜਾ ਸਮਝਣ ਜੈਸਾ ਹੈ। ਕਈ ਵਾਰੀ ਆਮ ਹੀ ਅਕਸਰ ਹੀ ਕਿਹਾ ਜਾਂਦਾ ਕਿ ਮਹਾਰਾਜ ਦੇ ਘਰੇ ਸੁਖਣਾ ਸੁਖਣ ਦੀ ਅਖੇ ਜੀ ਕੋਈ ਮਰਜ਼ਾਦਾ ਨਹੀਂ ਹੈ, ਸੁਖਣਾ ਨਹੀਂ ਸੁਖਣੀ ਚਾਹੀਦੀ, ਜੇ ਉਹ ਇਸ ਤਰ੍ਹਾਂ ਕਿਹਾ ਜਾਂਦਾ ਹੈ। ਤੇ ਪੁੱਛਿਆ ਵੀ ਜਾਂਦਾ ਹੈ ਕਿ ਸੁਖਣਾ ਸੁਖਣੀ ਚਾਹੀਦੀ ਹੈ ਕਿ ਨਹੀਂ ਸਿੱਖਣੀ ਚਾਹੀਦੀ ਹੈ। ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰੇ ਸੁਖਣਾ ਸੁਖਣ ਦੀ ਕੋਈ ਮਨਾਹੀ ਨਹੀਂ ਹੈ। ਪਹਿਲੀ ਗੱਲ ਤੁਸੀਂ ਹੈਰਾਨ ਹੋਵੋਗੇ, ਗੁਰਬਾਣੀ 'ਚ ਇੱਕ ਤੁਕ ਹੁੰਦੀ ਹੈ, ਉਹਦੇ ਅਰਥ ਭਾਵੇਂ ਘਰੋਂ ਜਾ ਕੇ ਪੜ੍ਹ ਲੈਣੇ ਮੋਬਾਈਲ ਤੋਂ। ਯਾਰ ਵੇ ਨਿਤ ਸੁਖ ਸੁਖਿੰਦੀ ਸਾ ਮੈਂ ਗੁਰ ਮਿਲ ਪਾਈ। ਉੱਥੇ ਵੀ ਸੁੱਖ ਦੇ ਅਰਥ ਸੁੱਖ ਹੀ ਹੈ, ਜਿਹੜੀ ਅਸੀਂ ਸੁੱਖਦੇ ਹਾਂ, ਸੁਖਣਾ ਸੁੱਖਦੇ ਆ ਸਾਧ ਸੰਗਤ ਜੀ। ਤੋਂ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸੁਖਣਾ ਸੁਖੀ ਹੈ, ਪਰ ਸੁਖਣਾ ਸੁਖੀ ਹੈ ਪਰਮਾਤਮਾ ਦੀ।
ਪਦਾਰਥਾਂ ਦੀ ਸੁਖਣਾ ਨਹੀਂ ਸੁਖੀ, ਰੱਬ ਦੀ ਸੁਖਣਾ ਸੁਖੀ ਹੈ। ਉਹਦਾ ਇੱਕ ਫਾਇਦਾ ਹੈ। ਉਹਦਾ ਫਾਇਦਾ ਇਹ ਹੈ ਕਿ ਜੇ ਰੱਬ ਮਿਲ ਗਿਆ ਫਿਰ ਤੇ ਸੁਖਣਾ ਪੂਰੀ, ਤੇ ਜੇ ਰੱਬ ਨਾ ਵੀ ਮਿਲਿਆ ਨਾ ਸਾਧ ਸੰਗਤ ਜੀ, ਉਹਦਾ ਪਿਆਰ ਤੇ ਪਿਆਰ ਦੀ ਖਿੱਚ ਜਿਹੜੀ ਹੈ ਨਾ ਸਾਧ ਸੰਗਤ ਜੀ, ਇਹ ਵੀ ਮੁਕਤੀ ਕਰਨ ਦੇ ਸਮਰੱਥ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਹਨੂੰ ਦਰਸ਼ਨ ਮਿਲਿਆ ਉਹਦੀ ਗੱਲ ਨਹੀਂ ਕੀਤੀ, ਜਿਹਦੇ ਮਨ ਵਿੱਚ ਦਰਸ਼ਨ ਮਿਲਣ ਦੀ ਇੱਛਾ ਜਾਗੀ ਹੈ ਉਹਦਾ ਜ਼ਿਕਰ ਹੈ। ਫਿਰ ਸੁਣੋ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਕਹਿੰਦੇ ਬਲਿਹਾਰ ਜਾਈਏ ਉਹਦੇ ਤੋਂ, ਕਹਿੰਦੇ ਸਦਕੇ ਜਾਈਏ, ਕੁਰਬਾਨ ਜਾਈਏ, ਜਿਹਦੇ ਮਨ ਵਿੱਚ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਹੈ, ਮਨ ਵਿੱਚ ਪਿਆਸਾ ਹੈ। ਸਾਧ ਸੰਗਤ ਜੀ, ਜੇ ਤੇ ਸੁਖਣਾ ਪੂਰੀ ਹੋ ਜਾਵੇ ਤੇ ਚੜ੍ਹਦੀ ਕਲਾ, ਤੇ ਜੇ ਨਾ ਸੁਖਣਾ ਪੂਰੀ ਹੋਵੇ ਤੇ ਉਸ ਤੋਂ ਵੀ ਜ਼ਿਆਦਾ ਚੜ੍ਹਦੀ ਕਲਾ ਹੈ। ਉਹਦੀ ਖਿੱਚ ਜਿਹੜੀ ਹੈ ਨਾ ਸਾਧ ਸੰਗਤ ਜੀ, ਉਹਦੇ ਦਰਸ਼ਨਾਂ ਤੋਂ ਵੀ ਜ਼ਿਆਦਾ ਮਜ਼ਾ ਦਿੰਦੀ ਹੈ, ਬੜਾ ਆਨੰਦ ਦਿੰਦੀ। ਤੇ ਪਦਾਰਥਾਂ ਦੀ ਸੁਖਣਾ ਜਿਹੜੀ ਹੈ ਸਾਧ ਸੰਗਤ ਜੀ, ਇਹਦੇ ਵਿੱਚ ਇੱਕ ਬਹੁਤ ਵੱਡਾ ਰਿਸਕ ਹੈ। ਰਿਸਕ ਇਹ ਹੈ ਕਿ ਜੇ ਸੁਖਣਾ ਪੂਰੀ ਹੋ ਗਈ ਤੇ ਮਨੁੱਖੀ ਮਨ ਜਨਮ ਤੋਂ ਹੀ ਮਤਲਬ ਹੈ, ਆਪਾਂ ਮਤਲਬੀ ਹੈ। ਆਪਾਂ ਸਾਰਿਆਂ ਨੇ ਬਚਪਨ ਹੰਡਾਇਆ ਤੇ ਮਾਂ ਪਿਓ ਦੇ ਪਾਸ ਉਦੋਂ ਹੀ ਜਾਂਦੇ ਸੀ ਜਦੋਂ ਭੁੱਖ ਲੱਗਦੀ ਸੀ। ਜਦੋਂ ਭੁੱਖ ਨਹੀਂ ਸੀ ਲੱਗਦੀ ਆਪਾਂ ਖੇਡਣ ਵਿੱਚ ਮਸਤ ਸੀਗੇ। ਮਨੁੱਖੀ ਮਨ ਆਦਿ ਕਾਲ ਤੋਂ ਹੀ ਮਤਲਬੀ ਹੈ। ਜੇ ਸੁਖਣਾ ਪੂਰੀ ਹੋ ਗਈ ਤਾਂ ਖਤਰਾ ਹੈ ਕਿ ਅਸੀਂ ਫਿਰ ਵੀ ਮਾਲਕ ਨੂੰ ਛੱਡ ਸਕਦੇ ਹਾਂ, ਕਿਉਂਕਿ ਜੋ ਚਾਹੀਦਾ ਸੀ ਉਹ ਮਿਲ ਗਿਆ, ਹੁਣ ਮੈਂ ਕੌਣ ਤੇ ਤੂੰ ਕੌਣ। ਤੇ ਜੇ ਸੁਖਣਾ ਨਾ ਪੂਰੀ ਹੋਈ, ਜਿਹਦੇ ਵਿੱਚ ਕਿ ਮੇਰਾ ਹੀ ਫਾਇਦਾ ਹੋਵੇਗਾ, ਹੁਣ ਬੱਚਾ ਸੁਖਣਾ ਸੁਖ ਲਵੇ ਕਿ ਮੈਨੂੰ ਅੱਗ ਨਾਲ ਖੇਡਣ ਦਾ ਮੌਕਾ ਮਿਲੇ ਜਾਂ ਸੱਪ ਨਾਲ ਖੇਡਣ ਦਾ ਮੌਕਾ ਮਿਲੇ, ਤੇ ਮਾਂ ਥੋੜਾ ਨਾ ਉਹਨੂੰ ਅੱਗ 'ਚ ਸੁੱਟ ਦੋ ਲੱਗੀ, ਮਾਂ ਥੋੜਾ ਨਾ ਖੂਹ ਵਿੱਚ ਸੁੱਟ ਦੋ ਲੱਗੀ। ਜਿਹਦੇ ਵਿੱਚ ਕਿ ਮੇਰਾ ਹੀ ਫਾਇਦਾ ਹੋਵੇ, ਸੁਖਣਾ ਨਾ ਪੂਰੀ ਹੋਣ ਵਿੱਚ, ਉਹਦੇ ਵਿੱਚ ਰਿਸਕ ਇਹ ਹੈ ਸਾਧ ਸੰਗਤ ਜੀ, ਖਤਰਾ ਇਹ ਹੈ ਕਿ ਮੈਂ ਟੁੱਟ ਸਕਦਾ ਹਾਂ, ਕਿ ਮੇਰੀ ਇਹ ਤਮੰਨਾ ਨਹੀਂ ਪੂਰੀ ਹੋਈ, ਮੇਰੀ ਇਹ ਸੁਖਣਾ ਨਹੀਂ ਪੂਰੀ ਹੋਈ। ਇਸ ਕਰਕੇ ਸੁਖਣਾ ਸੁਖਣ ਦੀ ਕੋਈ ਮਨਾਹੀ ਨਹੀਂ ਗੁਰੂ ਨਾਨਕ ਦੇ ਘਰੇ। ਮਸਲਾ ਇਹ ਹੈ ਕਿ ਆਪਾਂ ਸੁਖਣਾ ਕੀ ਸੁਖਦੇ ਹਾਂ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਭਜਨ ਸੁਣੋ ਤੇ ਉਹਦੇ ਅਰਥ ਪੜਿਓ। ਯਾਰ ਵੇ ਨਿਤ ਸੁਖ ਸੁਖਿੰਦੀ, ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵਜੀ ਵਾਦਾਈ। ਵਾਹਿਗੁਰੂ ਵਾਸਤੇ ਮਹਾਰਾਜ ਕਹਿੰਦੇ ਮੈਂ ਸੁਖਣਾ ਸੁਖਦੀ ਸੀ ਤੇ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲ ਗਿਆ, ਮੇਰੀ ਸੁਖਣਾ ਪੂਰੀ ਹੋ ਗਈ। तो इस प्रकार साध संगत जी कोई मनाही नहीं है। इत्थे ना गुरु के सिखना भी सुखना सुखी है, पर इन्हां दी सुखना ने साध संगत जी एक तुरकड़े नूं भी सिखी दी दात उहदी झोली विच पाई है ते गुरु अर्जन देव जी महाराज जी ने पैज रखी है। ते इन्हां गुरसिखां दी कथा पढ़न तो पहलां कल वाली कथा जरूर चेते करो कि ये नाम जपदे ने निष्काम भावना दे नाल, सिदक दे नाल नाम जपदे ने, और मुसीबत विच इन्हां ने जिहड़ी है सुखना बाहर मुखी पदार्थां दी सुखी है, जिहड़ी सुख लैना कोई पाप नहीं है, सुख भी लैनी चाहिदी है। वैसे संकोच ही भला, निष्काम बिरती चंगी है, सकाम बिरती जिहड़ी है साध संगत जी वो हिरदा नहीं शुद्ध होण दिंदी। पर यह साध संगत जी शुद्ध हिरदे वाले गुरसिख ने, हिरदा शुद्ध करके ते गरीब नवाज महाराज जी के चरणों च अरजोई की है। महाराज जी ने मक्खन शाह लुबाणी वांगू इन्हां दी पैज रखी है। सतगुर को बड़ सुजस उचारे, उस वेले साध संगत जी सारा संसार ही गुरु अर्जन देव जी महाराज जी दा सुजस करदा, जय जयकार हुंदी मेरे मालक दे। एक परतापू सिख चल आयो, एक महाराज दे कोल सिख चल के आया जिहदा नाम भाई प्रतापू जी साहब है। सतगुर आगे सीस निवायो, गरीब नवाज गुरु अर्जन साहब सच्चे पातशाह जी नूं आण के मत्था टेकिया, हाथ जोड़ अर्जी इम कही, हाथ जोड़ के इस गुरु के सिख ने महाराज जी नूं अर्जी करी है, बेनती करी है। हमरी बृत शस्त्र की अही, महाराज मेरी जिहड़ी बिरती है वो शस्त्र दी है, भाव मैं मैदाने जंग विच जूझदा हां ते तनख्वाह प्राप्त करदा हां हाकमां दे पासों। जिस विद होवे प्राप्त कल्याणा, महाराज जिस तरीके नाल सानू कल्याण प्राप्त होवे, मुक्ति मिल जावे, आप करो उपदेश महाना। महाराज उस प्रकार ऐसा कोई उपदेश जेड़ा है सानू दृढ़ करवावो। श्री मुक्ते तब तिसको भाखा, उस वेले सतगुरु गरीब नवाज गुरु अर्जन साहब जी ने अपने सुभाएमान मुख तो बचन आखिया, आए काल जब कोई न रखा। गरीब नवाज महाराज कहते भाई प्रतापू जी साहब मैदाने जंग विच मर्दां दी तरह जूझना है ते मौत तो कदे नहीं डरना। जदों मौत आउणी है, समा पूरा हो जाना है, उदों कोई रख नहीं सकदा।
ਤੇ ਜਦੋਂ ਸਮਾਂ ਨਹੀਂ ਆਇਆ ਉਦੋਂ ਕੋਈ ਮਾਰ ਨਹੀਂ ਸਕਦਾ। ਇਸ ਕਰਕੇ ਮੌਤ ਦੀ ਫਿਕਰ ਨਹੀਂ ਕਰਨੀ ਹੈ ਭਾਈ। ਜੇਕਰ ਕਾਲ ਨਹੀਂ ਇਸ ਆਵਾ। ਮਹਾਰਾਜ ਕਹਿੰਦੇ ਜੇ ਮਨੁੱਖ ਦਾ ਕਾਲ ਨਾ ਆਇਆ ਹੋਵੇ, ਸਮਾਂ ਨਾ ਆਇਆ ਹੋਵੇ, ਤੋ ਰਾਖੋ ਨਿਤ ਕਾਲ ਰਹਾਵਾ। ਮਹਾਰਾਜ ਕਹਿੰਦੇ ਫਿਰ ਮਹਾਕਾਲ ਰਖਵਾਰ ਹਮਾਰੋ, ਫਿਰ ਮਹਾਕਾਲ ਪਰਮੇਸ਼ਰ ਰੱਖਿਆ ਕਰਦੇ ਹਨ। ਜਾਂ ਤੇ ਧਰੈ ਧਰਮ ਨਿਜ ਜੋਧਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਯੋਧਾ ਹੈ ਨਾ ਉਹ ਆਪਣਾ ਧਰਮ ਧਾਰਨ ਕਰੇ। ਨਹੀਂ ਜੁਧ ਮਹਿ ਤਿਆਗਹਿ ਕ੍ਰੋਧਾ। ਕਹਿੰਦੇ ਕਦੀ ਵੀ ਮੈਦਾਨੇ ਜੰਗ ਵਿੱਚ ਉਹ ਵੀਰ ਰਸ ਦਾ ਤਿਆਗ ਨਾ ਕਰੇ। ਮੈਦਾਨੇ ਜੰਗ ਵਿੱਚ ਗਿਣਤੀ ਮਿਣਤੀ ਨਾ ਦੇਖੇ, ਬਸ ਤਲਵਾਰ ਵਾਹੀ ਆਵੇ ਖਚਾ ਖਚ। ਸੰਤ ਅਥਿਤ ਦਿਜ ਤੇ ਨੂੰ ਰੰਕ। ਸੰਤ ਹੋਵੇ, ਕੋਈ ਅਥਿਤੀ ਹੋਵੇ, ਇਸੇ ਪ੍ਰਕਾਰ ਪ੍ਰਾਹੁਣਾ ਆਦਿਕ, ਔਰ ਦਿਵਿਜ ਬ੍ਰਾਹਮਣ ਹੋਵੇ, ਭਾਵ ਬ੍ਰਹਮ ਗਿਆਨੀ। ਕਹੇ ਕਬੀਰ ਜੋ ਬ੍ਰਹਮ ਵਿਚਾਰਿਆ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਤੇ ਧੇਨ ਗਊ, ਜਿਵੇਂ ਕਹਿੰਦੇ ਫਲਾਣਾ ਬੰਦਾ ਤੇ ਨਿਰੀ ਪੂਰੀ ਗਊ ਹੀ ਹੈ ਭਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰੇ ਸਾਧ ਸੰਗਤ ਜੀ ਗਾਂ ਦੀ ਪੂਜਾ ਦਾ ਕੋਈ ਵਿਧਾਨ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇੱਕ ਤੁਕ ਹੁੰਦੀ ਹੈ, ਪੜ੍ਹ ਕੇ ਜਗਿਆਸੂ ਨਾ ਤਰਵਕ ਜਾਂਦਾ ਇੱਕ ਵਾਰੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨਾ ਗਹਿਰਾਈ ਦਾ ਬਚਨ ਕਰਦੇ। ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ। ਧੇਨ ਕਹੀਏ ਗਾਂ, ਦੁੱਧ ਤੋਂ ਬਿਨਾ ਕਿਸੇ ਵੀ ਕੰਮ ਨਹੀਂ ਆਉਂਦੀ। ਉਦਾਹਰਨ ਮਾਤਰ ਮਹਾਰਾਜ ਜੀ ਨੇ ਬਚਨ ਵਰਤਿਆ। ਤੇ ਜਿਹੜਾ ਗਾਂ ਦਾ ਭਗਤ ਹੋਵੇ ਸਾਧ ਸੰਗਤ ਜੀ, ਉਹ ਇਸ ਤਰ੍ਹਾਂ ਦੀਆਂ ਉਦਾਹਰਨਾਂ ਕਦੇ ਵੀ ਨਹੀਂ ਵਰਤ ਸਕਦਾ। ਇਸ ਕਰਕੇ ਮਹਾਰਾਜ ਜੀ ਦਾ ਪੰਥ ਜਿਹੜਾ ਸਾਧ ਸੰਗਤ ਜੀ ਉਹ ਬਿਲਕੁਲ ਨਿਆਰਾ ਹੈ। ਤੇ ਇਸ ਪ੍ਰਕਾਰ ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਜੀ ਸੋ ਗਊ ਦੀ ਪੂਜਾ ਦਾ ਵੀ ਕੋਈ ਵਿਧਾਨ ਨਹੀਂ ਹੈ, ਲੇਕਿਨ ਬੇਜ਼ੁਬਾਨ ਜਾਨਵਰ ਹੈ ਹੋਰ ਜਾਨਵਰਾਂ ਦੀ ਤਰ੍ਹਾਂ। ਗੁਰੂ ਕਾ ਸਿੱਖ ਦਇਆ ਕਰਦਾ ਹਰ ਇੱਕ ਪ੍ਰਾਣੀ ਮਾਤਰ ਤੇ। ਉਹ ਪ੍ਰਾਣਾਧਾਰੀ ਭਾਵੇਂ ਮਨੁੱਖ ਹੋਵੇ ਭਾਵੇਂ ਜਾਨਵਰ ਹੋਵੇ, ਉਹ ਹਰੇਕ ਦੀ ਰੱਖਿਆ ਕਰਦਾ। ਤੋ ਇਸ ਪ੍ਰਕਾਰ ਗਰੀਬ ਨਿਵਾਜ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਪਦੇਸ਼ ਦ੍ਰਿੜ ਕਰਾਉਂਦੇ। ਕਹਿੰਦੇ ਗਊ ਗਰੀਬ ਦੀ ਰੱਖਿਆ ਕਰਨੀ ਹੈ। ਜਾਂ ਜਿਹੜੇ ਗਊ ਵਰਗੇ ਜਿਹੜੇ ਲੋਕ ਹੁੰਦੇ, ਜਿਵੇਂ ਕਹਿੰਦੇ ਫਲਾਣਾ ਤੇ ਨਿਰੀ ਗਊ ਹੈ ਭਾਈ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਜਿਹੜਾ ਮਰਜੀ ਉਹਨੂੰ ਪਲੋਸ ਕੇ ਭਾਵੇਂ ਪਸਮਾ ਕੇ ਚੋ ਕੇ ਲੈ ਜੇ, ਮਤਲਬ ਜਿਹੜਾ ਮਰਜੀ ਆਪਣਾ ਮਤਲਬ ਕੱਢ ਕੇ ਲੈ ਜੇ, ਇੰਨਾ ਭੋਲਾ ਹੋਵੇ, ਕਿਸੇ ਨੂੰ ਮਾਰੇ ਨਾ, ਔਰ ਤਾਮਸੀ ਭੋਜਨ ਨਾ ਹੋਵੇ, ਜਿਹਦਾ ਸਾਂਦਕੀ ਭੋਜਨ ਹੋਵੇ, ਔਰ ਭਲੇ ਸੁਭਾਅ ਦਾ ਮਾਲਕ ਹੋਵੇ। ਐਸੇ ਭਲੇ ਪੁਰਖਾਂ ਦੀ ਰੱਖਿਆ ਕਰਨੀ। ਤੇ ਰੰਕ ਜਿਹੜੇ ਕੰਗਾਲ ਮੁਫਲਿਸ ਹਨ, ਗਰੀਬ ਹਨ, ਉਹਨਾਂ ਦੀ ਵੀ ਰੱਖਿਆ ਕਰਨੀ ਹੈ। ਜੋ ਇਨ ਕੋ ਦੁਖ ਦੇਹ ਅਤੰਕ। ਮਹਾਰਾਜ ਕਹਿੰਦੇ ਜੋ ਇਹਨਾਂ ਨੂੰ ਦੁੱਖ ਦਿੰਦਾ ਹੈ ਭਾਈ, ਤਹਾਂ ਧਰਮ ਕੋ ਜੰਗ ਮਚਾਵੇ। ਮਹਾਰਾਜ ਕਹਿੰਦੇ ਮੇਰਾ ਸਿੰਘ ਉੱਥੇ ਧਰਮ ਦਾ ਜੰਗ ਮਚਾਵੇ। ਤਲਵਾਰ ਜਿਹੜੀ ਹੈ ਸਿਰਫ ਪਾਉਣ ਨਹੀਂ ਲਈ ਦਿੱਤੀ ਮਹਾਰਾਜ ਨੇ, ਇਹ ਚਲਾਉਣ ਲਈ ਵੀ ਦਿੱਤੀ ਹੈ। ਤੇ ਗੁਰੂ ਕੇ ਸਿੰਘ ਜਿਹੜੇ ਸਾਧ ਸੰਗਤ ਜੀ ਬਾਜਾਂ ਤਾਜਾਂ ਤੇ ਤਖਤਾਂ ਵਾਲੇ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੁੱਤ ਨੇ। ਇਹ ਕੋ ਭੰਗਰਨਾਥ ਕੋ ਲੰਗਰਨਾਥ ਦੇ ਚੇਲੇ ਥੋੜਾ ਨਾ ਕਿ ਗੁਫਾਵਾਂ ਦੇ ਵਿੱਚ ਕੰਦਰਾਂ ਦੇ ਵਿੱਚ ਲੋਕ ਕੇ ਬਹਿ ਜਾਂਦੇ ਨੇ। ਜਦੋਂ ਕਿਤੇ ਧਰਮ ਤੇ ਦੇਸ਼ ਤੇ ਕੌਮ ਤੇ ਮਨੁੱਖਤਾ ਤੇ ਭੀੜ ਪੈਂਦੀ ਹੈ ਨਾ, ਸਾਧ ਸੰਗਤ ਜੀ ਬੱਬਰ ਸ਼ੇਰਾਂ ਦੀ ਤਰ੍ਹਾਂ ਗਰਜ ਗਰਜ ਕੇ ਮੈਦਾਨੇ ਜੰਗ ਵਿੱਚ ਆਉਂਦੇ ਨੇ। ਰਣ ਦੇਖਤ ਸੂਰੇ ਚਿੱਤ ਉਲਾਸ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਹੈ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੀ ਉਪਦੇਸ਼ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਤਾਂ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਹਾਰਾਜ ਜੀ ਦੀ ਸਿੱਖਿਆ ਹੈ ਸਾਧ ਸੰਗਤ ਜੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੱਥੇ ਕਿਤੇ ਮੈਦਾਨੇ ਜੰਗ ਦਾ ਸਮਾਂ ਬਣ ਜਾਵੇ, ਕੋਈ ਗਊ ਗਰੀਬ ਸਾਧ ਅਥਿਤੀ ਨੂੰ, ਬ੍ਰਹਮ ਗਿਆਨੀ ਨੂੰ, ਗਰੀਬ ਨੂੰ ਕੋਈ ਤੰਗ ਕਰਦਾ ਹੋਵੇ, ਉੱਥੇ ਫਿਰ ਧਰਮ ਯੁੱਧ ਕਰਨਾ ਹੈ, ਧਰਮ ਜੰਗ ਕਰਨਾ। ਤਹਾਂ ਧਰਮ ਕੋ ਜੰਗ ਮਚਾਵੇ। ਧਰਮ ਯੁੱਧ ਦਾ ਕੀ ਮਤਲਬ ਹੁੰਦਾ ਹੈ ਸਾਧ ਸੰਗਤ ਜੀ? ਯੁੱਧ ਤਾਂ ਪਾਪੀ ਵੀ ਕਰਦੇ ਹਨ, ਪਰ ਉਹਨਾਂ ਦੇ ਯੁੱਧ ਵਿੱਚ ਨੀਤੀ ਤੇ ਹੁੰਦੀ ਹੈ, ਪਰ ਧਰਮ ਨਹੀਂ ਹੁੰਦਾ। ਖਾਲਸੇ ਦੀ ਜਿਹੜੀ ਯੁੱਧ ਨੀਤੀ ਹੈ ਸਾਧ ਸੰਗਤ ਜੀ, ਧਰਮ ਵਾਲੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੰਗ ਯੁੱਧ ਦੀ ਸ਼ੁਰੂਆਤ ਕੀਤੀ। ਬੜੀ ਮਜ਼ੇਦਾਰ ਗੱਲ ਹੈ। ਨਿਯਮ ਬਣਾਏ ਬੜੇ ਅਜੀਬ ਨਿਯਮ। ਅਖੇ ਜੀ ਪਹਿਲਾਂ ਨਹੀਂ ਵਾਰ ਕਰਨਾ, ਭੱਜ ਤੇ ਵਾਰ ਨਹੀਂ ਕਰਨਾ, ਨਿਹੱਥੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ, ਬਜ਼ੁਰਗ ਤੇ ਵਾਰ ਨਹੀਂ ਕਰਨਾ। ਫਿਰ ਪਤਾ ਲੱਗੇ ਕਰਨਾ ਕਦੋਂ ਹੈ ਸਾਧ ਸੰਗਤ ਜੀ? ਉਦੋਂ ਹੀ ਕਰਨਾ ਹੈ ਜਦੋਂ ਦਲੀਲ ਅਪੀਲ ਤੇ ਵਕੀਲ ਕੁਛ ਵੀ ਨਾ ਚੱਲੇ। ਉਦੋਂ ਗੁਰੂ ਕਾ ਸਿੰਘ ਫਿਰ ਗਾਂ ਨਾ ਬੜੇ ਸ਼ੇਰ ਬਣ ਕੇ ਆਪਣੀ ਗਰਜ ਵਿਖਾਵੇ ਕਿ ਆ ਜਾ ਹੁਣ ਤੈਨੂੰ ਦੇਖ ਹੀ ਲੈਂਦੇ, ਤੂੰ ਹੈ ਕਿੱਡਾ ਕੁ। ਇਸ ਪ੍ਰਕਾਰ ਸਾਧ ਸੰਗਤ ਜੀ ਬਾ ਸ਼ਮਸ਼ੀਰ ਦਸਤ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਫਰਨਾਮੇ ਦੀ ਬਾਣੀ ਵਿੱਚ ਆਖਿਆ। ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ ਮੇਰਾ ਸਿੰਘ ਫਿਰ ਇਹ ਨਾ ਦੇਖੇ ਵੀ ਕਿੰਨੇ ਆ ਗਏ,
ਫਿਰ ਮੈਦਾਨੇ ਜੰਗ ਵਿੱਚ ਮਰਦਾਂ ਦੀ ਤਰ੍ਹਾਂ ਮਰਦ ਬਣ ਕੇ ਜੂਝੇ। ਘਨੇ ਕੇ ਥੋਰੇ ਨਹ ਮਨ ਲਿਆਵੇ, ਇਹ ਨਾ ਸੋਚੇ ਕਿ ਘਣੇ ਬਹੁਤੇ ਨੇ ਕਿ ਥੋੜੇ ਆ ਗਏ ਹਨ, ਫਿਰ ਨਾ ਦੇਖੇ ਕੁਛ ਵੀ। ਜਥਾ ਸਕਤ ਕਰ ਤੋ ਰਹਿ ਦਾਨ, ਔਰ ਮਹਾਰਾਜ ਕਹਿੰਦੇ ਮੇਰਾ ਸਿੰਘ ਸਿਰਫ ਜੂਝੇ ਹੀ ਨਾ, ਇਹ ਦਾਨੀ ਵੀ ਹੋਵੇ। ਜਿੰਨੀ ਕਿ ਇਹਦੇ ਪਾਸ ਸ਼ਕਤੀ ਹੈ ਉਹਦੇ ਮੁਤਾਬਕ ਇਹ ਦਾਨ ਵੀ ਕਰਦਾ ਰਵੇ। ਆਪਣੇ ਧਰਮ ਦੀ ਕਿਰਤ ਵਿੱਚੋਂ ਸਾਧ ਸੰਗਤ ਜੀ ਜ਼ਰੂਰ ਦਾਨ ਕਰੇ। ਧੰਨ ਹਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੇ ਸਿੱਖ ਸਾਧ ਸੰਗਤ ਜੀ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ 20 ਰੁਪਏ ਦਾ ਲੰਗਰ ਚਲਾਇਆ ਸਾਧ ਸੰਗਤ ਜੀ। ਇੱਕ ਦਿਨ ਪਹਿਲਾਂ ਵੀ ਬੇਨਤੀ ਕਰੀ ਸੀ, ਸੰਸਾਰ ਤੇ ਜਿੰਨੇ ਵੀ ਧਰਮ ਨੇ ਤੇ ਧਰਮ ਦੀਆਂ ਸੰਸਥਾਵਾਂ ਨੇ ਨਾ, ਕਮੇਟੀਆਂ ਨੇ, ਪ੍ਰਬੰਧ ਦੇ ਸਾਧ ਸੰਗਤ ਜੀ ਜ਼ਰੀਏ ਨੇ, ਤੁਸੀਂ ਕਦੇ ਪੜ੍ਹ ਕੇ ਦੇਖੋ। ਹਿੰਦੁਸਤਾਨ ਦੀ ਗੱਲ ਕਰ ਲਵੋ, ਬਾਹਰਲੇ ਮੁਲਕਾਂ ਦੀ ਗੱਲ ਨਾ ਕਰੋ। ਹਿੰਦੁਸਤਾਨ ਵਿੱਚ ਬਹੁਤ ਸਾਰੇ ਐਸੇ ਧਾਰਮਿਕ ਸਥਲ ਨੇ ਜਿਨ੍ਹਾਂ ਦਾ ਬੜਾ ਵੱਡਾ ਬਜਟ ਹੈ, ਔਰ ਜਿਨ੍ਹਾਂ ਦੇ ਕੋਲ ਸੋਇਨਾ ਜਿਹੜਾ ਤੋਲਿਆਂ ਦੇ ਹਿਸਾਬ ਦੇ ਨਾਲ ਨਹੀਂ, ਕੁਇੰਟਲਾਂ ਦੇ ਹਿਸਾਬ ਨਾਲ, ਟੰਨਾਂ ਦੇ ਹਿਸਾਬ ਦੇ ਨਾਲ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲ ਸੋਇਨਾ। ਪਰ ਲੰਗਰ ਦੀ ਪ੍ਰਥਾ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰੇ। ਤੇ ਇਹ ਲੰਗਰ ਮਤਾ ਕੋਈ ਸੋਚੇ ਕਿ ਮੇਰੇ ਕਰਕੇ ਚੱਲਦਾ ਜਾਂ ਦਬੜਿਆਂ ਕਰਕੇ ਚੱਲਦਾ, ਨਾ ਤੇ ਮੰਗਣ ਵਾਲੇ ਸੋਚਣ ਤੇ ਨਾ ਇਹ ਦੇਣ ਵਾਲੇ ਸੋਚਣ। ਇਹ ਤੇ ਸਾਧ ਸੰਗਤ ਜੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਾ ਆਪ ਹੀ ਚਲਾਉਂਦੇ ਨੇ ਇਹਨੂੰ। ਨਹੀਂ ਤੇ ਸਾਡਾ ਪੰਥ ਦਾ ਕਿਤੇ ਕਿੰਨਾ ਕੁ ਬਜਟ ਹੁੰਦਾ। ਸਾਡੀਆਂ ਜਿਹੜੀਆਂ ਕਮੇਟੀਆਂ ਨੇ, ਆਪਾਂ ਕਹਿੰਦੇ ਤੇ ਹੈਗੇ ਆ ਕਿ ਅਖੇ ਜੀ ਕਮੇਟੀਆਂ ਦਾ ਬੜਾ ਬਜਟ ਹੈ, ਕੋਈ ਜ਼ਿਆਦਾ ਬਜਟ ਨਹੀਂ ਹੈ ਜੇ ਆਪਾਂ ਉਹਨੂੰ ਥੋੜਾ ਜਿਹਾ ਇਮਾਨਦਾਰੀ ਨਾਲ ਵੇਖੀਏ। ਇਹਦੇ ਮੁਕਾਬਲੇ ਸਾਧ ਸੰਗਤ ਜੀ ਹੋਰ ਬੜੀਆਂ ਸੰਸਥਾਵਾਂ ਨੇ ਭਾਰਤ ਵਰਸ਼ ਵਿੱਚ, ਹਿੰਦੁਸਤਾਨ, ਪੰਜਾਬ ਦੇ ਵਿੱਚ ਹੀ ਬੜੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਬੜੇ ਬਜਟ ਨੇ, ਤੇ ਉਹ ਵੀ ਤੇ ਚਲਾ ਸਕਦੀਆਂ ਨੇ। ਪਰ ਨਹੀਂ ਸਾਧ ਸੰਗਤ ਜੀ, ਉਹਨਾਂ ਦੇ ਕੋਲੇ ਬਰਕਤ ਨਹੀਂ। ਇਹ ਤੇ ਮਹਾਰਾਜ ਜੀ ਦਾ ਘਰ ਹੈ ਸਾਧ ਸੰਗਤ ਜੀ। ਇਸ ਕਰਕੇ ਇਹਦੇ ਵਿੱਚ ਤਿਲ ਫੁੱਲ ਜ਼ਰੂਰ ਪਾਉਣਾ ਚਾਹੀਦਾ, ਆਪਣੀ ਜਥਾ ਸ਼ਕਤ ਜਿੰਨੀ ਕੁ ਸ਼ਕਤੀ ਬਣੇ। ਹੁਣ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ, 80 ਲੱਖ ਰੁਪਏ ਦੇ ਆਸ-ਪਾਸ ਭਾਵੇਂ ਵੇਖੋ ਲਾਕਡਾਊਨ ਹੋਇਆ, ਸਭ ਕੁਝ ਬੰਦ ਹੋਇਆ, ਕਾਰੋਬਾਰ ਬਿਜ਼ਨਸ ਠੱਪ ਹੋਏ, ਇਹਦੇ ਆਸ-ਪਾਸ ਦਮੜੇ ਜਿਹੜੇ ਨੇ ਗੁਰਸਿੱਖਾਂ ਨੇ ਆਨਲਾਈਨ ਜਿਹੜੇ ਨੇ ਤਖਤ ਸਾਹਿਬ ਪ੍ਰਬੰਧਕ ਕਮੇਟੀ ਨੂੰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਸਿੱਧਾ ਕਹਿ ਲਓ ਉਹ ਭੇਟ ਕੀਤੇ ਨੇ। ਹੋਰ ਵੀ ਸੰਗਤਾਂ ਕਰ ਰਹੀਆਂ ਨੇ, ਕਰਨਾ ਵੀ ਚਾਹੀਦਾ, ਵਾਰ-ਵਾਰ ਵੀ ਕਿਹਾ ਜਾਂਦਾ ਹੈ, ਕਹਿਣਾ ਵੀ ਚਾਹੀਦਾ ਹੈ। ਤੇ ਜਿਨ੍ਹਾਂ ਨੂੰ ਰਸੀਦਾਂ ਨਹੀਂ ਪ੍ਰਾਪਤ ਹੋਈਆਂ ਉਹਨਾਂ ਨੂੰ ਜ਼ਰੂਰ ਰਸੀਦਾਂ ਪ੍ਰਾਪਤ ਹੋਣਗੀਆਂ। ਤੇ ਇੱਕ ਜ਼ਰੂਰ ਬੇਨਤੀ ਕਰੀਏ ਸਾਧ ਸੰਗਤ ਜੀ, ਕੋਈ ਵੀ ਗੁਰੂ ਕਾ ਸਿੱਖ ਜਿਹੜਾ ਤਖਤ ਸਾਹਿਬ ਜੀ ਨੂੰ ਮਾਇਆ ਦਿੰਦਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਖਜ਼ਾਨੇ 'ਚ, ਉਹਦੀ ਮਹਾਰਾਜ ਦੇ ਖਜ਼ਾਨੇ 'ਚ ਮਾਇਆ ਸਮਝ ਲਓ ਉਦੋਂ ਹੀ ਪਹੁੰਚਦੀ ਜਦੋਂ ਉਹਨੂੰ ਰਸੀਦ ਮਿਲਦੀ। ਇਸ ਕਰਕੇ ਕੋਈ ਵੀ ਸੇਵਾਦਾਰ ਹੋਵੇ ਉਹਦੇ ਕੋਲੋਂ ਰਸੀਦ ਜਿਹੜੀ ਹੈ ਜ਼ਰੂਰ ਪ੍ਰਾਪਤ ਕਰੋ। ਭਾਵੇਂ ਲੇਟ ਪ੍ਰਾਪਤ ਕਰ ਲਓ, ਕੁਛ ਦਿਨ ਬਾਅਦ ਪ੍ਰਾਪਤ ਕਰ ਲਓ, ਲੇਕਿਨ ਰਸੀਦ ਜ਼ਰੂਰ ਪ੍ਰਾਪਤ ਕਰੋ। ਬਿਨਾਂ ਰਸੀਦ ਤੋਂ ਜਿਹੜੀ ਸਾਧ ਸੰਗਤ ਜੀ ਸੇਵਾ ਦੇਣੀ ਉਹ ਠੀਕ ਨਹੀਂ ਹੈ। ਗੁਰੂ ਕੇ ਸਿੱਖ ਨੂੰ ਜ਼ਰੂਰ ਰਸੀਦ, ਉਹਦਾ ਅਧਿਕਾਰ ਹੈ। ਇਹ ਗਰੀਬ ਨਿਵਾਜ ਮਹਾਰਾਜ ਜੀ ਦੇ ਸਮਝ ਲਓ ਰਜਿਸਟਰ ਵਿੱਚ ਸਾਡਾ ਨਾਮ ਲਿਖਿਆ ਜਾਂਦਾ ਤੇ ਮਹਾਰਾਜ ਜੀ ਦੀ ਯਾਦ ਵਿੱਚ ਸਾਡਾ ਵੀ ਕੁਝ ਸਾਧ ਸੰਗਤ ਜੀ ਤਿਲ ਫੁੱਲ ਲੱਗਦਾ। ਇਹ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਥੇ ਉਹ ਉਪਦੇਸ਼ ਦ੍ਰਿੜਾ ਰਹੇ। ਗਰੀਬ ਨਿਵਾਜ ਮਹਾਰਾਜ ਕਹਿੰਦੇ ਮੇਰਾ ਸਿੱਖ ਜਦੋਂ ਬਾਣੇ ਆਵੇ ਉਦੋਂ ਮੈਦਾਨੇ ਜੰਗ ਵਿੱਚ ਮਰਦਾਂ ਦੀ ਤਰ੍ਹਾਂ ਜੂਝੇ। ਕੰਨੇ ਕੇ ਥੋਰੋ ਨਹਿ ਮੰਨ ਲਿਆਵੇ। ਇਹ ਨਾ ਮਨ ਵਿੱਚ ਲਿਆਵੇ ਕਿ ਬਹੁਤੇ ਆ ਗਏ ਥੋੜੇ ਆ ਗਏ, ਬਸ ਇਹ ਨਾ ਦੇਖੇ ਕਿ ਦੁਸ਼ਮਣ ਕਿੱਡਾ ਕ ਆਪਣੇ ਆਪ ਨੂੰ ਖੱਬੀ ਖਾਂ ਸਮਝਦਾ, ਫਿਰ ਜੂਝ ਪਵੇ ਬਸ। ਲੇਕਿਨ ਇਹਦੇ ਮੈਦਾਨ, ਇਹਦੇ ਯੁੱਧ ਵਿੱਚ ਧਰਮ ਹੋਵੇ, ਇਹਦੇ ਕੋਲ ਇਮਾਨਦਾਰੀ ਹੋਵੇ, ਸੱਚ ਹੋਵੇ, ਗੁਰੂ ਕੀ ਮਰਜ਼ਾਦਾ ਹੋਵੇ, ਫਿਰ ਝੂਠੇ ਬੰਦੇ ਦੇ ਸਾਧ ਸੰਗਤ ਜੀ ਕੋਈ ਪੈਰ ਨਹੀਂ ਹੁੰਦੇ। ਤੇ ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਦੀ ਇਹ ਪ੍ਰਪੱਕਤਾ ਹੈ। ਤੇ ਪ੍ਰਪੱਕਤਾ ਦੇ ਨਾਲ ਗਰੀਬ ਨਿਵਾਜ ਮਹਾਰਾਜ ਕਹਿੰਦੇ ਜਥਾ ਸ਼ਕਤ ਕਰਤੋ ਰਹਿ ਦਾਨ। ਜਥਾ ਸ਼ਕਤੀ ਮੇਰਾ ਸਿੱਖ ਜਿਹੜਾ ਹੈ ਦਾਨ ਪੁੰਨ ਵੀ ਕਰਦਾ ਰਹੇ। ਖਾਨ ਪਾਨ ਬਸਤਰਨ ਧਨ ਜਾਨ। ਤੇ ਖਾਣ ਪੀਣ ਬਸਤਰ ਆਦਿਕ ਧਨ ਆਦਿਕ ਜਿਹੜਾ ਹੈ ਉਹ ਜ਼ਰੂਰ ਦਾਨ ਕਰੇ। ਕਰ ਵੇ ਦਾਨ ਸ਼ਸਤਰ ਕੇ ਮਾਹੀ। ਔਰ ਕਹਿੰਦੇ ਜੋ ਦਾਨ ਕਰਨਾ ਹੈ ਤੇ ਮੈਦਾਨੇ ਜੰਗ ਵਿੱਚ ਜੂਝਣਾ ਹੈ। ਬਰਕਤ ਹੋਏ ਨਿਫਲ ਹੋਏ ਨਾਹੀ। ਮਹਾਰਾਜ ਕਹਿੰਦੇ ਇਹ ਸੇਵਾ ਕਰਨ ਦੇ ਨਾਲ ਵੱਡੀ ਭਾਰੀ ਬਰਕਤ ਪ੍ਰਾਪਤ ਹੁੰਦੀ ਹੈ, ਕਦੇ ਨਿਸਫਲ ਨਹੀਂ ਹੁੰਦੀ ਇਹ ਸੇਵਾ। ਸੁਜਸ ਜਗਤ ਕਹਿ ਸੁਧਾ ਸਮਾਨ। ਮਹਾਰਾਜ ਕਹਿੰਦੇ ਸਾਰੇ ਸੰਸਾਰ ਵਿੱਚ ਮਨੁੱਖ ਦਾ ਜਸ ਹੁੰਦਾ ਹੈ। ਲੱਗਦੇ ਸ਼ਹੀਦਾਂ ਦੀ ਮੜੀ ਤੇ ਰੋਜ਼ ਮੇਲੇ ਲੋਕ ਪਾਪੀ ਦੀ ਕਬਰ ਤੇ ਥੁੱਕ ਦੇਣਾ।
ਸ਼ਹੀਦਾਂ ਨੂੰ ਲੋਕ ਚੇਤੇ ਕਰਦੇ, ਯਾਦ ਕਰਦੇ। ਆ ਦੇਖ ਲਓ, ਅਸੀਂ ਭਾਵੇਂ ਬੱਚੇ ਦੇ ਜਨਮ ਦੀ ਅਰਦਾਸ ਕਰੀਏ ਜਾਂ ਬਜ਼ੁਰਗ ਦੀ ਅੰਤਮ ਅਰਦਾਸ ਕਰੀਏ, ਪਹਿਲਾਂ ਅਸੀਂ ਆਪਣੇ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਸਤਨਾਮ ਸ੍ਰੀ ਵਾਹਿਗੁਰੂ ਬੋਲਦੇ ਹਾਂ। ਸਾਧ ਸੰਗਤ ਜੀ, ਫਿਰ ਕੋਈ ਆਪਣੀ ਮੰਨਤ ਮਹਾਰਾਜ ਦੇ ਅੱਗੇ ਰੱਖਦੇ। ਸ਼ਹੀਦਾਂ ਨੂੰ ਚੇਤੇ ਕੀਤਾ ਜਾਂਦਾ ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ, ਮੇਰਾ ਸਿੱਖ ਸ਼ਹੀਦ ਹੋਣ ਲੱਗਿਆ ਵੀ ਪਰਵਾਹ ਨਾ ਕਰੇ, ਸੰਸਾਰ ਤੇ ਜੈ ਜੈਕਾਰ ਹੁੰਦੀ ਹੈ ਔਰ ਪਰਮੇਸ਼ਰ ਦੇ ਘਰੇ ਵੀ ਥਾਂ ਮਿਲਦਾ ਹੈ। ਬਿਖਸਮ ਅਪਜਸ ਕਰਹਿ ਸੁਹਾਨ। ਜੇ ਕੋਈ ਅਪਜਸ, ਕੋਈ ਕਲੰਕ, ਦਾਗ ਧੱਬਾ ਵੀ ਲੱਗਾ ਹੁੰਦਾ, ਸਾਧ ਸੰਗਤ ਜੀ, ਜਿਹੜਾ ਸ਼ਹੀਦ ਹੋ ਜਾਂਦਾ ਉਹਦੇ ਜੀਵਨ ਦੇ ਪਿਛਲੇ ਗੁਨਾਹ ਵੀ ਬਖਸ਼ੇ ਜਾਂਦੇ ਹਨ। ਸੁਨ ਪ੍ਰਸੰਨ ਭਾਰਿਦੈ ਪ੍ਰਤਾਪੂ। ਸੁਣ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਭਾਈ ਪ੍ਰਤਾਪੂ ਜੀ ਸਾਹਿਬ ਪ੍ਰਸੰਨ ਹੋਏ। ਨਮੋ ਕਰੀ ਗੁਰ ਲਖਿਓ ਪ੍ਰਤਾਪੂ। ਉਸ ਵੇਲੇ ਮਹਾਰਾਜ ਜੀ ਦਾ ਬਹੁਤ ਵੱਡਾ ਪ੍ਰਤਾਪ ਜਾਣਿਆ, ਮਹਾਰਾਜ ਨੂੰ ਨਮਸਕਾਰ ਕਰੀਏ। ਨੰਦਾ ਵਿਠੜ ਸੁਆਮੀ ਦਾਸ। ਭਾਈ ਨੰਦਾ ਜੀ ਸਾਹਿਬ, ਭਾਈ ਸੁਆਮੀ ਦਾਸ ਜੀ ਸਾਹਿਬ, ਇਹ ਦੋ ਸਿੱਖ ਆਏ ਹਨ। ਬਸਹਿ ਥਨੇਸਰ ਕਰੈ ਆਵਾਸ। ਜਿੱਥੇ ਸਾਧ ਸੰਗਤ ਜੀ ਥਨੇਸਰ ਤੀਰਥ ਹੈ, ਇੱਥੇ ਰਹਿੰਦੇ ਸਨ ਮਹਾਰਾਜ ਦੇ ਪ੍ਰੇਮੀ। ਕਰਹਿ ਧਰਮ ਕੇ ਜੁਤ ਵਿਵਹਾਰਾ। ਧਰਮ ਦੇ ਜੁਤ ਆਪਣਾ ਵਿਵਹਾਰ ਕਰਦੇ। ਕਿਰਤ ਤਾਂ ਹਰ ਕੋਈ ਕਰਦਾ ਸਾਧ ਸੰਗਤ ਜੀ, ਪਰ ਕੁਝ ਲੋਕਾਂ ਦੀ ਕਿਰਤ ਵਿੱਚ ਧਰਮ ਨਹੀਂ ਹੁੰਦਾ। ਕਿਰਤ ਤਾਂ ਕਸਾਈ ਦੀ ਵੀ ਕਿਰਤੀ ਹੈ, ਮਾਫ ਕਰਨਾ, ਪਰ ਉਹ ਧਰਮ ਦੀ ਕਿਰਤ ਨਹੀਂ ਹੈ ਨਾ। ਤੇ ਗਰੀਬ ਨਿਵਾਜ ਮਹਾਰਾਜ ਕਹਿੰਦੇ, ਗੁਰੂ ਕੇ ਸਿੱਖ ਜਿਹੜੇ ਨੇ ਧਰਮ ਦੀ ਕਿਰਤ ਕਰਦੇ ਹਨ। ਕਹੈ ਜੋ ਮੋਲ ਸੋ ਏਕੋ ਬਾਰਾ। ਕਹਿੰਦੇ ਜੋ ਵੀ ਇਹ ਮੁੱਲ ਕਰਦੇ ਨੇ, ਇੱਕੋ ਵਾਰੀ ਮੁੱਲ ਕਰਦੇ, ਨਾ ਕਿਸੇ ਨੂੰ ਘੱਟ ਕਹਿੰਦੇ ਨੇ, ਨਾ ਕਿਸੇ ਨੂੰ ਵੱਧ ਕਹਿੰਦੇ ਹਨ। ਇੱਕ ਸੁਖਨੀ ਤਿਨ ਕੋ ਭਾ ਨਾਮ। ਕਹਿੰਦੇ ਇਹਨਾਂ ਦਾ ਨਾਮ ਇੱਕ ਸੁਖਨੀ ਪੈ ਗਿਆ। ਸੁਖਨ ਕਹਿੰਦੇ ਨੇ ਬੋਲ, ਬਚਨ, ਵਾਕ, ਕੌਲ, ਜੋ ਮਰਜ਼ੀ ਕਹਿ ਲੋ। ਇਹਨਾਂ ਨੂੰ ਲੋਕ ਇੱਕ ਸੁਖਨੀ ਕਹਿੰਦੇ ਸਨ ਕਿ ਇੱਕ ਵਾਰੀ ਬਚਨ ਕਰਦੇ, ਬਸ ਜੋ ਕਰਦੇ। ਜਿਵੇਂ ਕੁਝ ਲੋਕਾਂ ਦਾ ਸੁਭਾਅ ਹੁੰਦਾ, ਬਹੁਤੇ ਦਮੜੇ ਮੰਗਣੇ, ਮੁੜ ਕੇ ਜੇ ਕਿਸੇ ਨੇ ਘਟਾ ਲਏ ਤੇ ਠੀਕ, ਨਹੀਂ ਤੇ ਠੱਗੀ ਠੋਰੀ। ਇਸ ਪ੍ਰਕਾਰ ਇਹਨਾਂ ਗੁਰੂ ਕੇ ਸਿੱਖਾਂ ਦੀ ਇਹ ਬਿਰਤੀ ਨਹੀਂ ਹੈ। ਇਹ ਇੱਕੋ ਹੀ ਬਚਨ ਕਰਦੇ ਨੇ, ਕਰਦੇ ਕਿਰਤ ਵਿਰਤ ਨੇ, ਕਰਦੇ ਦੁਕਾਨਦਾਰੀ, ਪਰ ਮੁੱਲ ਇੱਕ ਹੈ। ਤੇ ਇਹਨਾਂ ਦਾ ਨਾਮ, ਇਹਨਾਂ ਦਾ ਤਖੱਲੁਸ ਜਿਹੜਾ ਹੈ, ਇੱਕ ਸੁਖਨੀ ਪਿਆ ਹੋਇਆ ਹੈ। ਚਲ ਆਏ ਸਤਿਗੁਰ ਕੀ ਸਾਮ। ਕਹਿੰਦੇ ਗਰੀਬ ਨਿਵਾਜ ਮਹਾਰਾਜ ਜੀ ਦੀ ਸਾਮ ਸ਼ਰਨ ਵਿੱਚ ਆਏ ਹਨ। ਕਰ ਬੰਧਨ ਬੈਠੇ ਹੋਏ ਪਾਸ। ਕਹਿੰਦੇ ਇੱਕ ਦਿਨ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਸਥਲ ਤੇ ਆਏ, ਨਮਸਕਾਰ ਕਰਕੇ ਸਾਹਮਣੇ ਬੈਠੇ। ਇੱਕ ਸੁਖਨੀ ਪਾ ਜ਼ਿਕਰ ਪ੍ਰਕਾਸ਼। ਕਹਿੰਦੇ ਉਸ ਵੇਲੇ ਇੱਕ ਸੁਖਨੀ ਨਾਮ ਦਾ ਜਿਹੜਾ ਜ਼ਿਕਰ ਹੈ ਮਹਾਰਾਜ ਜੀ ਦੇ ਪਾਸ ਹੋਇਆ ਹੈ। ਸ੍ਰੀ ਅਰਜਨ ਗੁਰੂਦੇਵ ਬਖਾਨਾ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਖ ਤੋਂ ਬਚਨ ਆਖੇ ਹਨ। ਇਸ ਤੇ ਹੀ ਹੋਏ ਤੁਮ ਕਲਿਆਣਾ। ਮਹਾਰਾਜ ਕਹਿਣ ਲੱਗੇ, ਤੁਸੀਂ ਇੱਕ ਬਚਨ ਕਰਦੇ ਹੋ ਔਰ ਪੱਕਾ ਬਚਨ ਕਰਦੇ ਹੋ, ਇਹਦੇ ਵਿੱਚ ਹੀ ਤੁਹਾਡੀ ਕਲਿਆਣ ਹੋ ਜਾਏਗੀ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਦੇਖੋ ਕਿੱਡਾ ਵੱਡਾ ਹੈ। ਜੇ ਕੋਈ ਕਿਰਤ ਵੀ ਸਾਧ ਸੰਗਤ ਜੀ ਸਿੱਖ ਆਪਣੀ ਇਮਾਨਦਾਰ ਨਾਲ ਹੀ ਕਰੀ ਜਾਵੇ ਨਾ, ਸਾਧ ਸੰਗਤ ਜੀ, ਉਹਦੇ ਵਿੱਚ ਵੀ ਮੁਕਤ ਹੋ ਜਾਂਦਾ। ਆ ਬੜੀ ਬਦਨਾਮ ਹੈ ਸਾਧ ਸੰਗਤ ਜੀ, ਪੁਲਿਸ ਆਦਿਕ ਥਾਵਾਂ ਪਰਥਾਵਾਂ ਤੇ। ਪਰ ਇੱਕ ਦਿਨ ਬੈਠੇ ਮਨ ਵਿੱਚ ਬਲਬਲ ਆਇਆ ਕਿ ਨਿਆਂ ਕਰਨਾ ਤੇ ਰੱਖਿਆ ਕਰਨੀ ਇਹ ਰੱਬ ਦਾ ਕੰਮ ਹੈ, ਰੱਬ ਦਾ ਕੰਮ ਹੈ, ਵਾਹਿਗੁਰੂ ਦਾ ਕੰਮ ਹੈ। ਤੇ ਜੇ ਇਹ ਸਾਧ ਸੰਗਤ ਜੀ ਲੋਕ ਜਿਹੜੇ ਨੇ, ਬੜੇ ਬੜੇ ਰੱਬ ਦੇ ਪਿਆਰੇ ਵੀ ਮੌਜੂਦ ਨੇ, ਹਰ ਤਰ੍ਹਾਂ ਦੇ ਮਨੁੱਖ ਹਰ ਜਗ੍ਹਾ ਤੇ, ਹਰ ਥਾਵਾਂ, ਹਰ ਸੰਸਥਾ ਵਿੱਚ ਮੌਜੂਦ ਨੇ, ਕੋਈ ਬਹੁਤ ਵੱਡੀ ਗੱਲ ਨਹੀਂ। ਤੇ ਸਾਧ ਸੰਗਤ ਜੀ, ਜੇ ਕਿਤੇ ਇਹ ਵੀ ਡਿਊਟੀ ਸੋਹਣੀ ਦ੍ਰਿੜਤਾ ਨਾਲ ਨਿਭਾਈ ਜਾਵੇ ਤੇ ਰੱਬ ਜਿਹਦੇ ਤੇ ਪ੍ਰਸੰਨ ਹੁੰਦਾ ਨਾ, ਗ੍ਰੰਥਾਂ 'ਚ ਲਿਖਿਆ, ਰੱਬ ਉਹਨੂੰ ਆਪਣੇ ਕੰਮ ਤੇ ਲਾਉਂਦਾ। ਜਿਵੇਂ ਧੀ ਪੁੱਤ ਨੂੰ ਮਾਈ ਬਾਪ ਲਾਇਕ ਵੇਖਦਾ, ਜੋਗ ਵੇਖਦਾ, ਤੇ ਆਪਣੀ ਉਹਨਾਂ ਨੂੰ ਡਿਊਟੀ ਦੇ ਦਿੰਦੇ ਨੇ ਕਿ ਆਹ ਤੂੰ ਕੰਮ ਕਰ ਲਾ, ਜ਼ਿੰਮੇਵਾਰੀ। ਨਿਆਂ ਕਰਨਾ ਔਰ ਰੱਖਿਆ ਕਰਨੀ ਜਿਹੜਾ ਪੁਲਿਸ ਦਾ ਕੰਮ ਹੈ, ਰੱਬ ਦਾ ਕੰਮ ਹੈ। ਜਿਹਦੇ ਤੇ ਰੱਬ ਪ੍ਰਸੰਨ ਹੁੰਦਾ ਉਹਨੂੰ ਇਹ ਸੇਵਾ ਦਿੰਦਾ। ਤੇ ਜੇ ਕੋਈ ਇਹ ਸੇਵਾ ਨੂੰ ਵੀ ਇਮਾਨਦਾਰੀ ਨਾਲ ਕਰੇ, ਸਾਧ ਸੰਗਤ ਜੀ, ਸਿੱਧਾ ਹੀ ਮੁਕਤ ਹੋਵੇ, ਉਹ ਡਾਇਰੈਕਟ ਹੀ ਮੁਕਤ ਹੋਵੇ, ਉਹ ਸਿੱਧਾ ਹੀ ਦਸਵੇਂ ਪਾਤਸ਼ਾਹ ਨੂੰ ਆਪਣੇ ਗਲ ਦੇ ਨਾਲ ਲਾ ਲੈਣ, ਚੜ੍ਹਦੀ ਕਲਾ ਹੋ ਜਾਵੇ ਉਹਦੀ। ਤੋ ਇਸ ਪ੍ਰਕਾਰ ਕੋਈ ਵੀ ਕਿਰਤ ਹੈ ਜਿਹੜੀ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਸਨਮੁਖ ਰੱਖ ਕੇ ਔਰ ਆਪਣੇ ਵੱਲੋਂ ਪੂਰੀ ਦੀ ਪੂਰੀ ਇਮਾਨਦਾਰੀ ਨਾਲ ਨਿਭਾਈਏ, ਸਾਧ ਸੰਗਤ ਜੀ, ਉਸ ਕਿਰਤ ਵਿੱਚ ਹੀ ਮੁਕਤੀ ਹੋ ਸਕਦੀ। ਹੁਣ ਜ਼ਿਮੀਂਦਾਰੇ ਦਾ ਕਿੱਤਾ ਹੈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ 100 ਸਾਖੀ 'ਚ ਲਿਖਿਆ ਹੈ ਕਿ ਜਿਹੜੀ ਖੇਤੀ ਹੈ ਉਹ ਉੱਤਮ ਹੈ, ਤੇ ਵਪਾਰ ਮੱਧਮ ਹੈ, ਤੇ ਨੌਕਰੀ ਕਨਿਸ਼ਟ ਹੈ। ਜ਼ਿਮੀਂਦਾਰ ਦੀ ਜਿਹੜੀ ਖੇਤੀ ਹੈ ਸਭ ਤੋਂ ਉੱਤਮ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੱਸੀ ਹੈ। ਕਿਉਂਕਿ ਰੋਟੀ ਦੇਣੀ ਜਿਹੜੀ ਹੈ ਰੱਬ ਦਾ ਕੰਮ ਹੈ। ਤੁਸੀਂ ਹੈਰਾਨ ਹੋਵੋਗੇ, ਸ਼ਹਿਰਾਂ ਵਿੱਚ ਰਹਿਣ ਵਾਲੇ ਸਾਧ ਸੰਗਤ ਜੀ, ਜ਼ਿਮੀਂਦਾਰ ਨੂੰ ਕੋਈ ਬਹੁਤਾ ਨਹੀਂ ਬਚਦਾ।
ਜਿਹੜਾ ਬੰਦਾ ਨੌਕਰੀ ਕਰਦਾ ਹੈ ਨਾ, ਉਹ 5 ਦਿਨ ਨੌਕਰੀ ਕਰਦਾ ਜਾਂ 6 ਦਿਨ, 1 ਦਿਨ ਤੇ ਆਰਾਮ ਹੀ ਕਰਦਾ ਔਰ ਕੁਝ ਘੰਟੇ ਨੌਕਰੀ ਕਰਦਾ, ਤੇ ਜ਼ਿਮੀਂਦਾਰ ਸਾਰੇ ਦਾ ਸਾਰਾ ਟੱਬਰ ਆਪਣੇ ਨਾਲ ਬੰਨੀ ਬੈਠਾ ਹੁੰਦਾ। ਉਹਦੇ ਨਾਲ ਉਹਦੇ ਪਰਿਵਾਰ ਨੂੰ ਵੀ ਹੈਲਪ ਕਰਨੀ ਪੈਂਦੀ। ਬੀਬੀਆਂ ਨੇ 5-5, 10-10, 15-15 ਬੰਦਿਆਂ ਦੀਆਂ ਰੋਟੀਆਂ ਪਕਾਉਣੀਆਂ, ਕਈ ਘੰਟੇ ਉਹਦੇ 'ਚ ਲੰਘ ਜਾਂਦੇ। ਉਹ ਸਭ ਤੋਂ ਉੱਤਮ ਹੈ। ਸਾਧ ਸੰਗਤ ਜੀ, ਤੁਸੀਂ ਹੈਰਾਨ ਹੋਵੋਗੇ, ਇਹ ਕੋਈ ਜਾਤੀਵਾਦ ਦੀ ਜਾਂ ਕੋਈ ਪੱਖਵਾਦ ਦੀ ਗੱਲ ਨਹੀਂ ਲੱਗਾ ਕਰਨ। ਆਪਣੇ ਪੰਥ ਵਿੱਚ ਸ਼ਹੀਦ ਦੇਖ ਲਓ ਔਰ ਵਿਦਵਾਨ ਦੇਖ ਲਓ, ਬੰਦਗੀ ਵਾਲੇ ਬ੍ਰਹਮ ਗਿਆਨੀ ਦੇਖ ਲਓ, ਬਹੁਤਾਤ ਵਿੱਚ ਜਿਹੜੇ ਨੇ ਉਹ ਜ਼ਿਮੀਂਦਾਰੇ ਦੇ ਕਿੱਤੇ ਦੇ ਨਾਲ ਸਾਧ ਸੰਗਤ ਜੀ ਸੰਬੰਧ ਰੱਖਦੇ ਸਨ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ 100 ਸਾਖੀ ਵਿੱਚ ਕਿ ਜੇ ਜ਼ਿਮੀਂਦਾਰ ਮਜ਼ਦੂਰ ਦੇ ਨਾਲ ਕੋਈ ਧੱਕਾ ਨਾ ਕਰੇ ਤੇ ਉਹ ਸਾਰੀ ਜ਼ਿੰਦਗੀ ਹਿਸਾਬ ਹੀ ਕਰਾਉਂਦਾ, ਉਹ ਤੇ ਹਿਸਾਬ ਕਰਦਾ ਹੀ ਨਹੀਂ ਕਿਸੇ ਦਾ ਸਿਵਾਏ ਮਜ਼ਦੂਰ ਤੋਂ, ਉਹਨੂੰ ਵੀ ਰੱਬ ਦੀ ਜਿਹੜੀ ਹੈ ਪਰਮੇਸ਼ਰ ਦੀ ਸਾਧ ਸੰਗਤ ਜੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਉਹਦੇ ਮਨ ਵਿੱਚ ਇੱਛਾ ਬਣੀ ਰਹਿੰਦੀ ਹੈ ਕਿ ਮੈਂ ਕਿਸੇ ਦਾ ਢਿੱਡ ਭਰਨਾ ਹੈ। ਆਚਾਰੀਆ ਰਜਨੀਸ਼ ਓਸ਼ੋ ਵਰਗੇ ਇਹ ਗੱਲ ਕਹਿੰਦੇ ਸਨ ਕਿ ਜ਼ਿਮੀਂਦਾਰ ਕਦੇ ਨਾਸਤਕ ਨਹੀਂ ਹੋ ਸਕਦਾ, ਕਦੇ ਵੀ ਨਾਸਤਕ ਨਹੀਂ ਹੋ ਸਕਦਾ। ਤੇ ਜਿਹੜਾ ਨਾਸਤਕ ਹੈ ਉਹ ਜ਼ਿਮੀਂਦਾਰੇ ਦਾ ਕਿੱਤਾ ਨਹੀਂ ਕਰਦਾ, ਕਿਉਂਕਿ ਉਹ ਰੋਟੀ ਰੋਜੀ ਦੇਣ ਦੀ ਜਿਹੜੀ ਭਾਵਨਾ ਹੈ ਸਾਧ ਸੰਗਤ ਜੀ ਕਠੋਰ ਮਨ ਵਿੱਚੋਂ ਮਰ ਜਾਂਦੀ ਹੈ। ਤੇ ਮਨੁੱਖ ਕਠੋਰ ਹੋ ਰਿਹਾ, ਮਤਲਬੀ ਹੋ ਰਿਹਾ, ਤੇ ਤਾਂ ਹੀ ਅੱਜ ਕੱਲ੍ਹ ਜ਼ਿਮੀਂਦਾਰੇ ਦਾ ਕਿੱਤਾ ਜਿਹੜਾ ਹੈ ਉਹ ਮਨੁੱਖ ਛੱਡਦੇ ਜਾ ਰਹੇ ਨੇ, ਤਿਆਗਦੇ ਜਾ ਰਹੇ ਨੇ। ਇਹ ਕਠੋਰਤਾ ਦੀ ਸਾਧ ਸੰਗਤ ਜੀ ਨਿਸ਼ਾਨੀ ਹੈ। ਜਿਹਦੇ ਹਿਰਦੇ ਵਿੱਚ ਵੰਡ ਕੇ ਖਾਣ ਦੀ ਭਾਵਨਾ ਹੈ, ਕੁਝ ਦੇਣ ਦੀ ਭਾਵਨਾ, ਉਗਾਉਣ ਦੀ ਭਾਵਨਾ ਹੈ, ਸਾਧ ਸੰਗਤ ਜੀ ਉਹੋ ਹੀ ਇਸ ਕਿੱਤੇ ਨੂੰ ਅਪਣਾਉਂਦਾ। ਤੇ ਕੋਈ ਵੀ ਕਿੱਤਾ ਹੈ, ਕਹਿਣ ਤੋਂ ਭਾਵ ਜੇ ਉਹਨੂੰ ਅਸੀਂ ਦ੍ਰਿੜਤਾ ਦੇ ਨਾਲ ਪਰਮ ਪਿਤਾ ਪਰਮੇਸ਼ਰ ਨੂੰ ਸਨਮੁਖ ਹੋ ਕੇ ਕਰੀਏ, ਕਿਰਤ ਵਿਰਤ ਕਰਨ ਤੋਂ ਪਹਿਲਾਂ ਮਹਾਰਾਜ ਦਾ ਸ਼ੁਕਰਾਨਾ, ਕਿਰਤ ਵਿਰਤ ਪੂਰੀ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਅਰਜ਼ੋਈ, ਤੇ ਸਾਧ ਸੰਗਤ ਜੀ ਉਸ ਕਿਰਤ ਵਿੱਚ ਹੀ ਸਾਡੀ ਮੁਕਤੀ ਹੋ ਜਾਂਦੀ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿਧਾਂਤ ਕਹਿੰਦਾ। ਉਸ ਵੇਲੇ ਮਹਾਰਾਜ ਦੇ ਪਾਸ ਆਏ ਸਿੱਖ ਤੇ ਇਹਨਾਂ ਦਾ ਬਚਨ ਚੱਲਿਆ, ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਅਰਜਨ ਗੁਰਦੇਵ ਬਖਾਨਾ ਇਸ ਹੀ ਤੇ ਹੋਏ ਤੁਮ ਕਲਿਆਣਾ। ਮਹਾਰਾਜ ਕਹਿੰਦੇ ਤੁਸੀਂ ਸੱਚ ਬੋਲਦੇ ਆ ਤੇ ਪੂਰਾ ਤੋਲਦੇ ਆ, ਸੱਚ ਬੋਲਦੇ ਆ, ਇਹਦੇ ਨਾਲ ਹੀ ਤੁਹਾਡੀ ਕਲਿਆਣ ਹੋ ਜਾਵੇਗੀ, ਮੁਕਤੀ ਹੋ ਜਾਵੇਗੀ। ਝੂਠ ਬਰਾਬਰ ਪਾਪ ਨਾ ਦੂਜਾ। ਝੂਠ ਬੋਲਣਾ ਜੋ ਹੈ ਨਾ, ਇਹਦੇ ਬਰਾਬਰ ਕੋਈ ਦੂਸਰਾ ਪਾਪ ਨਹੀਂ ਹੈ। ਸਾਚੀ ਸਮਾਨ ਪੁੰਨ ਨਹਿ ਪੂਜਾ। ਸੱਚ ਦੇ ਸਮਾਨ ਕੋਈ ਪੁੰਨ ਨਹੀਂ ਹੈ ਤੇ ਸੱਚ ਦੇ ਸਮਾਨ ਕੋਈ ਪੂਜਾ ਨਹੀਂ ਹੈ। ਸਭ ਤੋਂ ਵੱਡੀ ਪੂਜਾ ਸੱਚ ਬੋਲਣਾ ਤੇ ਸੱਚ ਦਾ ਸਾਥ ਦੇਣਾ। ਕੌਣ ਸੱਚ ਬੋਲਦਾ ਹੈ ਸਾਧ ਸੰਗਤ ਜੀ? ਆਪਣੇ ਆਪ ਨੂੰ ਬੜੇ ਵੱਡੇ ਜਿਹੜੇ ਸਾਧ ਸੰਤ ਕਹਾਉਣ ਵਾਲੇ ਲੋਕ, ਬੜੀਆਂ ਬ੍ਰਹਮ ਗਿਆਨ ਦੀਆਂ ਗੱਲਾਂ ਕਰਨੀਆਂ, ਇੰਨੀਆਂ ਮਿੱਠੀਆਂ ਗੱਲਾਂ ਕਰਨੀਆਂ ਕਿ ਖੰਡ ਵੀ ਸ਼ਰਮਸ਼ਾਰ ਹੋ ਜੇ, ਤੇ ਸਿਰੇ ਦੇ ਝੂਠੇ ਤੇ ਸਿਰੇ ਦੇ ਮਕਾਰ। ਸਾਧ ਸੰਗਤ ਜੀ ਇਹ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼, ਬੰਦਗੀ ਤੇ ਰਹਿਤ ਮਰਜ਼ਾਦਾ ਦੀ ਪ੍ਰਪੱਕਤਾ ਤੋਂ ਬਿਨਾਂ ਇਹ ਗੱਲ ਨਹੀਂ ਬਣਦੀ ਹੈ। ਤੇ ਗਰੀਬ ਨਿਵਾਜ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਸੱਚ ਬੋਲਦੇ ਆ, ਤੁਹਾਡੇ ਕੋਲ ਸੱਚ ਹੈ, ਇਸ ਸੱਚ ਨੇ ਤੁਹਾਡਾ ਭਲਾ ਕਰ ਦੇਣਾ, ਕਿਉਂਕਿ ਝੂਠ ਦੇ ਬਰਾਬਰ ਕੋਈ ਪਾਪ ਨਹੀਂ ਹੈ ਔਰ ਸੱਚ ਦੇ ਬਰਾਬਰ ਕੋਈ ਪੂਜਾ ਨਹੀਂ ਹੈ। ਸਭ ਤੋਂ ਵੱਡੀ ਪੂਜਾ ਸੱਚ ਹੈ। ਸਿੱਖਣ ਕੀ ਸੇਵਾ ਨਿਤ ਕਰੋ। ਉਸ ਵੇਲੇ ਮਹਾਰਾਜ ਕਹਿੰਦੇ ਭਾਈ ਹੋਰ ਵੀ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ ਪਿਆਰ ਸਹਿਤ। ਗੁਰਮਤਿ ਸਦਾ ਹਿਰਦੈ ਉਰ ਧਰੋ। ਔਰ ਗੁਰਮਤ ਦਾ ਹਿਰਦੇ ਵਿੱਚ ਸੋ ਵਾਸਾ ਕਰੋ ਤੇ ਦੁਰਮਤ ਦਾ ਤਿਆਗ ਕਰੋ ਭਾਈ। ਸੀਤ ਕਾਲ ਮਹਿ ਦੀਜਹਿ ਚੀਰ। ਜਦੋਂ ਸੀਤ ਕਾਲ ਹੋਵੇ, ਸਰਦੀ ਹੋਵੇ, ਉਦੋਂ ਗੁਰਸਿੱਖਾਂ ਨੂੰ ਬਸਤਰ ਸਿਵਾ ਕੇ ਦਿਓ। ਭਲੇ ਕਰਮ ਮਹਿ ਕੀਜਹਿ ਧੀਰ। ਭਲਾ ਕਰਮ ਜਿਹੜਾ ਹੈ ਉਹ ਜ਼ਰੂਰ ਕਰਨੀ ਹੈ ਤੇ ਧੀਰਜ ਵਾਲੇ ਹੋਣਾ। ਸਾਧ ਸੰਗਤ ਜੀ ਇੱਕ ਬਚਨ ਚੇਤੇ ਆ ਰਿਹਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ। ਮਹਾਰਾਜ ਦੇ ਕੋਲ ਨਾ ਸਾਧ ਸੰਗਤ ਜੀ 2 ਸਿੱਖ ਆਏ। ਇਹ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਸਾਹਿਬ ਜੀ ਦੇ ਪਰਿਵਾਰ ਵਿੱਚ